ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। 9 ਅਗਸਤ ਤੋਂ 18 ਅਗਸਤ ਤੱਕ ਇਹ ਦਿਨ ਮਿੱਥੇ ਨੇ। ਅਮਰੀਕਾ ਦੀ ਨੇਵੀ ਨੇ ਔਰ ਅਮਰੀਕਾ ਦੀ ਆਰਮੀ ਨੇ ਪੂਰੀ ਦੁਨੀਆ ਦੇ ਵਿੱਚ ਯੁੱਧ ਅਭਿਆਸ ਕਰਨ ਦੇ 22 ਟਾਈਮ ਜ਼ੋਨਾਂ ਦੇ ਵਿੱਚ, ਔਰ ਪੂਰੀ ਦੁਨੀਆ ਇਸ ਨੂੰ ਇਸ ਤਰ੍ਹਾਂ ਦੇਖ ਰਹੀ ਹੈ ਕਿ ਜਿਵੇਂ ਤੀਸਰੇ ਵਿਸ਼ਵ ਯੁੱਧ ਦਾ ਅਭਿਆਸ ਕਰਨ ਜਾ ਰਿਹਾ ਅਮਰੀਕਾ ਇਹ ਐਕਸਰਸਾਈਜ਼ ਕਿਉਂ ਕਰ ਰਿਹਾ ਹੈ, ਇਸ ਬਾਰੇ ਹਜੇ ਪੂਰੀ ਜਾਣਕਾਰੀ ਦੀ ਪੁਸ਼ਟੀ ਨਹੀਂ ਹੋਈ। ਪਰ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਉਹ ਇਹ ਹੈ ਕਿ ਜੋ ਅਮਰੀਕਾ ਦੀ ਸਾਰੀਆਂ ਸਮੁੰਦਰੀ ਸੀਮਾਵਾਂ ਨੇ, ਉਹਨਾਂ ਸੀਮਾਵਾਂ ਦੇ ਵਿੱਚ 11 ਦੇ ਕਰੀਬ ਵਿਦੇਸ਼ੀ ਯੁੱਧਪੋਤ ਯਾਨੀ ਕਿ ਵਿਦੇਸ਼ੀ ਨੇਵੀ ਦੇ ਜਹਾਜ਼ ਵੇਖੇ ਗਏ ਨੇ, ਔਰ ਉਸ ਲਈ ਅਮਰੀਕਾ ਨੇ ਆਪਣੇ 4 ਨੇਵੀ ਦੇ ਜਹਾਜ਼ ਭੇਜ ਦਿੱਤੇ ਨੇ ਉਹਨਾਂ ਏਰੀਆਜ਼ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਤਣਾਅ ਦੀ ਸਥਿਤੀ ਬਣੀ ਹੋਈ ਹੈ। ਔਰ ਇਸ ਵਕਤ ਅਮਰੀਕਾ ਦੀ ਨੇਵੀ ਹਾਈ ਅਲਰਟ ਤੇ ਹੈ, ਕੁਝ ਵੀ ਸਥਿਤੀ ਹੋ ਸਕਦੀ ਹੈ। ਔਰ ਅਮਰੀਕਾ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਕਾਨੂੰਨ ਦੀ ਉਲੰਘਣਾ ਹੋਈ ਹੈ। ਜੋ ਸੰਧੀਆਂ ਹੋਈਆਂ ਨੇ ਕਿ ਕਿੱਥੋਂ ਕਮਰਸ਼ੀਅਲ ਜਹਾਜ਼ ਨਿਕਲ ਸਕਦੇ ਨੇ, ਕਿੱਥੋਂ ਵਪਾਰਿਕ ਜਹਾਜ਼ ਨਿਕਲ ਸਕਦੇ ਨੇ, ਉਸ ਦੀ ਉਲੰਘਣਾ ਹੋਈ ਹੈ। ਔਰ ਇਸ ਵਕਤ ਜੋ ਯੁੱਧ ਦੇ ਬੇੜੇ ਨੇ ਬਾਕੀ ਦੇਸ਼ਾਂ ਦੇ ਵਿਦੇਸ਼ੀ, ਉਹ ਦੇਖੇ ਗਏ ਨੇ ਅਮਰੀਕਾ ਦੇ ਸੀ ਵਾਟਰਸ ਦੇ ਵਿੱਚ। ਸੋ ਇਸ ਬਾਉਂਡਰੀ ਦੀ ਕਿੱਦਾਂ ਸੁਰੱਖਿਆ ਕਰਨੀ ਹੈ, ਇਸ ਵਕਤ ਇਹ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਔਰ ਦੇਖਿਆ ਜਾਵੇ ਤਾਂ ਪੂਰੀ ਦੁਨੀਆ ਦੇ ਵਿੱਚ ਜਦੋਂ ਆਪਾਂ ਬਾਰਡਰ ਸਿਕਿਉਰਿਟੀ ਦੀ ਗੱਲ ਕਰਦੇ ਹਾਂ ਤਾਂ ਜੋ ਸਮੁੰਦਰੀ ਸੀਮਾਵਾਂ ਹੁੰਦੀਆਂ ਨੇ ਉਹਨਾਂ ਉੱਤੇ ਜਿਹੜੇ ਕਾਨੂੰਨ ਲਾਗੂ ਹੁੰਦੇ ਨੇ ਉਹਨਾਂ ਦਾ ਹੀ ਦਬਦਬਾ ਰਹਿੰਦਾ ਹੈ ਪੂਰੀ ਬਾਰਡਰ ਸਿਕਿਉਰਿਟੀ ਦੇ ਉੱਤੇ। ਔਰ ਇਸ ਵਕਤ ਅਮਰੀਕਾ ਦੇ ਐਰੋਪਲੇਨਸ ਵੀ, ਜੋ ਨੇਵੀ ਦੇ ਫਾਈਟਰਸ ਨੇ, ਉਹ ਵੀ ਗਸ਼ਤ ਕਰ ਰਹੇ ਨੇ ਔਰ ਯੁੱਧਪੋਤ ਦੇ ਜੋ ਬੇੜੇ ਨੇ ਉਹ ਵੀ ਉੱਥੇ ਪਹੁੰਚ ਚੁੱਕੇ ਨੇ। ਹੁਣ ਅੱਗੇ ਸਥਿਤੀ ਕੀ ਬਣੇਗੀ ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਇਸ ਵਕਤ ਅਮਰੀਕਾ ਜੋ ਸਭ ਤੋਂ ਜ਼ਿਆਦਾ ਅਲਰਟ ਹੈ ਉਹ ਰਸ਼ੀਆ ਔਰ ਚਾਈਨਾ ਤੋਂ ਹੈ, ਕਿਉਂਕਿ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜੋ ਇਹ ਯੁੱਧ ਅਭਿਆਸ ਅਮਰੀਕਾ ਕਰਨ ਜਾ ਰਿਹਾ ਹੈ ਸ਼ਾਇਦ ਉਸੇ ਲਈ ਇਹਤਿਆਤ ਦੇ ਤੌਰ ਤੇ ਰਸ਼ੀਆ ਔਰ ਅਮਰੀਕਾ ਔਰ ਰਸ਼ੀਆ ਔਰ ਚਾਈਨਾ ਦੇ ਵਿੱਚ ਜੋ ਤਣਾਅ ਬਣਦਾ ਪਿਆ ਹੈ ਉਸੇ ਲਈ ਸ਼ਾਇਦ ਵਿਦੇਸ਼ੀ ਯੁੱਧਪੋਤ ਦੇ ਜਿਹੜੇ ਬੇੜੇ ਨੇ, ਵਿਦੇਸ਼ੀ ਨੇਵੀ ਦੇ ਜਿਹੜੇ ਬੇੜੇ ਨੇ, ਸਮੁੰਦਰੀ ਜਹਾਜ਼ ਨੇ, ਉਹ ਅਮਰੀਕਾ ਦੀ ਬਾਉਂਡਰੀ ਦੇ ਵਿੱਚ ਵੇਖੇ ਗਏ ਨੇ। ਸੋ ਇਹ ਕੀ ਸਥਿਤੀ ਬਣੇਗੀ ਉਹ ਆਉਣ ਵਾਲਾ ਵਕਤ ਦੱਸੇਗਾ। ਫਿਲਹਾਲ ਆਪਾਂ ਚੱਲਦੇ ਹਾਂ ਭਾਰਤ ਦੇ ਮੁੱਦਿਆਂ ਵੱਲ, ਪੰਜਾਬ ਦੇ ਮੁੱਦਿਆਂ ਦੇ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਤੁਸੀਂ ਅਮਰੀਕਾ ਦੀ ਹੁਣ ਯਾਤਰਾ ਕੀਤੀ ਆ, ਅਮਰੀਕਾ ਦੇ ਬਾਰੇ ਦੱਸਿਆ ਕਿ ਉੱਥੇ ਵਾਰ ਐਕਸਰਸਾਈਜ਼ ਹੋ ਰਹੀ ਹੈ ਔਰ ਕਹਿੰਦੇ ਨੇ ਸਿਆਣੇ ਕਿ ਤਕੜਾ ਹੀ ਤਕੜੇ ਤੋਂ ਡਰਦਾ ਹੈਗਾ। ਤੁਸੀਂ ਗੱਲ ਕੀਤੀ ਕਿ ਰਸ਼ੀਆ ਅਤੇ ਚਾਈਨਾ ਦੇ ਡਰਨ ਨਾਲ ਹੀ ਉਹਦੀ ਵਾਰ ਐਕਸਰਸਾਈਜ਼ ਹੋ ਰਹੀ ਹੈ ਔਰ ਉਹਦੀ ਜਿਹੜੀ ਆ 9 ਅਗਸਤ ਤੋਂ 19 ਅਗਸਤ 18 ਅਗਸਤ ਵਿੱਚ ਇਹ ਡੇਟਾਂ ਮਿਥੀਆਂ ਗਈਆਂ ਔਰ ਉਹਦੀ ਪੁਸ਼ਟੀ ਤਾਂ ਹੋਈ ਨਹੀਂ ਉਹਦੇ ਪਿੱਛੇ ਕੀ ਕਾਰਨ ਨੇ। ਔਰ ਦੂਸਰੀ ਗੱਲ ਤੁਸੀਂ ਕੀਤੀ ਕਿ ਭਾਰਤ ਔਰ ਪੰਜਾਬ ਦੀ ਗੱਲ ਕਰੀਏ, ਸਾਡੇ ਦਰਸ਼ਕ ਜਿਹੜੇ ਇੱਥੇ ਅਮਰੀਕਾ 'ਚ ਬੈਠੇ ਨੇ ਉਹਨਾਂ ਨੂੰ ਜ਼ਿਆਦਾ ਤਾਂਘ ਆਪਣੇ ਸੂਬੇ ਦੀ ਹੁੰਦੀ ਹੈ, ਆਪਣੇ ਦੇਸ਼ ਦੀ ਹੁੰਦੀ ਆ। ਜਦੋਂ ਅਸੀਂ ਬਾਹਰ ਚਲੇ ਜਾਂਦੇ ਹਾਂ ਨਾ ਤਾਂ ਫਿਰ ਸਾਨੂੰ ਆਪਣਾ ਯਾਦਾਂ, ਆਪਣੇ ਲੋਕਾਂ ਦਾ ਪਿਆਰ, ਉੱਥੋਂ ਦਾ ਲੋਕਾਂ ਦਾ ਜਿਹੜਾ ਸੁਭਾਅ ਅਤੇ ਉੱਥੋਂ ਦੇ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਵਾਰ-ਵਾਰ ਸਾਨੂੰ ਯਾਦ ਆਉਂਦੇ ਆ। ਤਾਂ ਕੋਈ ਐਸਾ ਮਸਲਾ ਲਓ ਜਿਹੜਾ ਸਾਡੇ ਪੰਜਾਬ ਨਾਲ ਜੁੜਿਆ ਹੋਵੇ ਜਾਂ ਭਾਰਤ ਨਾਲ। ਇਹ ਪੂਰੇ ਵਿਸ਼ਵ ਨਾਲ ਜੁੜਿਆ ਹੋਇਆ ਮਸਲਾ ਹੈ ਕਿਉਂਕਿ ਪੂਰੀ ਵਿਸ਼ਵ ਦੇ ਵਿੱਚ ਨਾ ਇਸ ਵਕਤ ਤਪਸ਼, ਗਲੋਬਲ ਵਾਰਮਿੰਗ, ਗ੍ਰੀਨ ਹਾਊਸ ਇਫੈਕਟ, ਇਹ ਸਭ ਵੱਧਦਾ ਪਿਆ ਕਿਉਂਕਿ ਜਿੰਨੇ ਵੀ ਅਸੀਂ ਯੰਤਰ ਲਗਾਏ ਹੋਏ ਨੇ, ਫ੍ਰੀਜ਼ ਸਿਸਟਮ ਨੇ, ਚਾਹੇ ਉਹ AC ਲਗਾਏ ਹੋਏ ਨੇ, ਚਾਹੇ ਉਹ ਰੈਫ੍ਰਿਜਰੇਟਰਸ ਨੇ, ਜਿੰਨੇ ਵੀ ਇੱਦਾਂ ਦੇ ਸਿਸਟਮ ਨੇ ਜਿਨ੍ਹਾਂ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਨਿਕਲਦੀ ਆ, ਉਹ ਖਤਰਾ ਬਣਿਆ ਹੋਇਆ ਹੈ ਪੂਰੀ ਦੁਨੀਆ ਵਾਸਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਪਸ਼ ਹੋਰ ਵਧੇਗੀ ਔਰ ਜਿਹੜੇ ਸਾਡੇ ਗਲੇਸ਼ੀਅਰਸ ਨੇ ਉਹ ਪਿਘਲਣਗੇ, ਜਿਹੜੀਆਂ ਬਰਫਾਂ ਜੰਮੀਆਂ ਹੋਈਆਂ ਨੇ ਉਹ ਪਿਘਲਣਗੀਆਂ ਔਰ ਸਮੁੰਦਰੀ ਪਾਣੀ ਦਾ ਲੈਵਲ ਉੱਤੇ ਆਏਗਾ ਔਰ ਸਮੁੰਦਰਾਂ ਦੇ ਨੇੜੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਡੁੱਬਣ ਦਾ ਖਤਰਾ ਬਣੇਗਾ। ਔਰ ਇਸ ਵਕਤ ਅਮਰੀਕਾ ਦੇ ਵਿੱਚ ਵੀ ਤਪਸ਼ ਵੱਧਦੀ ਪਈ ਹੈ ਕਲਾਈਮੇਟ ਚੇਂਜ ਦੇ ਕਾਰਨ। ਪੂਰੀ ਦੁਨੀਆ ਦਾ ਇਹੋ ਹਾਲ ਹੈ। ਸੋ ਐਟਲਾਂਟਿਕ ਦਾ ਜਿਹੜਾ ਓਸ਼ਨ ਹੈ ਉੱਥੇ ਦੀ ਖਾਸ ਚਰਚਾ ਬਣੀ ਹੋਈ ਹੈ। ਹਾਂ, ਇਹ ਜਿੱਦਾਂ ਗਲੋਬਲ ਵਾਰਮਿੰਗ ਜਿਹੜੀ ਹੋਈ ਆ ਇਹਦੇ ਵਿੱਚ ਜ਼ਿਆਦਾ ਤਪਸ਼ ਜਦੋਂ ਜੁਲਾਈ ਮਹੀਨੇ 'ਚ ਰਹੀ ਆ ਆਲ ਓਵਰ ਵਰਲਡ ਔਰ ਉਹਦੇ ਵਿਸ਼ਵ ਵਿੱਚ ਤਪਸ਼ ਹੋਣ ਨਾਲ ਜ਼ਿਆਦਾ ਪ੍ਰਭਾਵਿਤ ਰਿਹਾ ਅਮਰੀਕਾ, ਯੂਰਪੀਅਨ ਕੰਟਰੀ ਕੁਛ ਉਹਨਾਂ ਦੇ ਵਿੱਚ। ਔਰ ਇਹ ਤਪਸ਼ ਜਿਹੜੀ ਇਹਨੂੰ ਕਹਿੰਦੇ ਕਲਾਈਮੇਟਿਕ ਚੇਂਜ ਹੈਗੀ ਆ, ਜਿਹੜੀ ਵਾਤਾਵਰਣ ਵਿੱਚ ਤਬਦੀਲੀ ਆ ਗਈ ਆ। ਔਰ ਤੁਸੀਂ ਦੱਸਿਆ ਕਿ ਨਾਲ ਜਿਹਦੇ ਵਿੱਚ ਐਟਲਾਂਟਿਕ ਓਸ਼ਨ ਜਾਂ ਏਰੀਆ ਜਿਹੜਾ ਹੈਗਾ ਉਹਦੀ ਜਿਹੜੀ ਤਪਸ਼ ਹੁੰਦੀ ਆ ਉਹਦੇ 'ਚ ਓਜ਼ੋਨ ਦੇ ਵਿੱਚੋਂ ਜਿਹੜੀ ਗਰਮੀ ਆ ਰਹੀ ਆ। ਜਿਸ ਤਰ੍ਹਾਂ ਆਪਣੇ ਇੰਡੀਆ 'ਚ ਵੀ ਅਤੇ ਪੰਜਾਬ ਵਿੱਚ ਵੀ ਜਦੋਂ ਜਵਾਲਾਮੁਖੀ ਫੁੱਟਦਾ ਹੈ, ਉਹ ਫੁੱਟਣ ਨਾਲ ਉਹ ਮੁੜ ਕੇ ਜਿਹੜਾ ਬਹਾਵ ਆ ਹਰ ਪਾਸੇ ਉਹ ਸਮੁੰਦਰ ਵੱਲ ਨੂੰ ਜਾਂਦਾ, ਸਮੁੰਦਰ ਜਾ ਕੇ ਉਹ ਠੰਡਾ ਹੋ ਜਾਂਦਾ, ਫਿਰ ਪੱਥਰ ਬਣ ਜਾਂਦਾ। ਔਰ ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰਲੇ ਦੇਸ਼ਾਂ ਵਿੱਚ ਵੀ ਹੈਗੀਆਂ। ਇਹ ਤਪਸ਼ ਜਿਹੜੀ ਸੀਗੀ ਇਹ ਸਮੁੰਦਰ ਦੇ ਬਹਾਵ ਵੱਲ ਨਹੀਂ ਗਈ, ਇਹ ਧਰਤੀ 'ਤੇ ਰਹਿ ਗਈ, ਧਰਤੀ 'ਤੇ ਜਜ਼ਬ ਹੋ ਗਈ। ਧਰਤੀ ਦੇ ਵਿੱਚੋਂ ਫਿਰ ਉਹ ਫੁੱਟੇ ਜਵਾਲਾ ਔਰ ਉਹਦੇ ਨਾਲ ਗਰਮੀ ਜਿਹੜੀ ਆਈ
ਔਰ ਪੰਜਾਬ ਵਿੱਚ ਖਾਸ ਕਰਕੇ ਮੌਨਸੂਨ ਪੌਣਾ ਐਤਕੀ ਪਹਿਲੋਂ ਆ ਗਈਆਂ, ਉਹਦੇ ਨਾਲ ਐਡਵਾਂਸ ਆਉਣ ਨਾਲ ਬਾਰਿਸ਼ ਹੋ ਗਈ ਔਰ ਜਿਹੜੇ ਮੌਸਮ ਨੂੰ ਰਾਹਤ ਮਿਲ ਗਈ। ਪਰ ਲੋਕਾਂ ਨੂੰ ਇਸ ਭਿਆਨਕ ਦੌਰ ਵਿੱਚੋਂ ਗੁਜ਼ਰਨਾ ਪਿਆ। ਹੜ੍ਹ ਆ ਗਿਆ, ਹੜ੍ਹ ਨਾਲ ਪਾਣੀ ਜ਼ਿਆਦਾ ਆ ਗਿਆ, ਦਰਿਆ ਜਿਹੜੇ ਓਵਰਫਲੋ ਹੋ ਗਏ ਔਰ ਭਾਖੜਾ ਡੈਮ ਦੇ ਵਿੱਚ ਬੰਨ੍ਹ ਜਿਹੜੇ ਉਹ ਫਲੋ ਜਿਹੜਾ ਉਹ ਜ਼ਿਆਦਾ ਹੋ ਗਿਆ, ਖਤਰੇ ਦੇ ਨਿਸ਼ਾਨ ਤੋਂ ਉੱਪਰ ਆ ਗਿਆ। ਔਰ ਪਾਕਿਸਤਾਨ ਦੇ ਜਿਹੜੇ ਸਾਡੇ ਡੈਮ ਸੀ ਉਹਨਾਂ ਨੇ ਮੂੰਹ ਖੋਲ੍ਹ ਕੇ ਉਹਦਾ ਸਾਡੀ ਬਾਂਹ ਫੜੀ ਔਰ ਲਹਿੰਦੇ ਪੰਜਾਬ ਨੇ। ਔਰ ਅਸੀਂ ਜਦੋਂ ਗੱਲ ਕਰਦੇ ਅਮਰੀਕਾ ਦੀ, ਅਮਰੀਕਾ ਦੇ ਵਿੱਚ ਤਪਸ਼ ਤਾਂ ਜ਼ਰੂਰ ਹੋਈ ਹੈ, ਪਰ ਇਸ ਤਰ੍ਹਾਂ ਦੀ ਗੱਲ ਭਿਆਨਕ ਬਾਰਿਸ਼ ਨਾਲ ਤਾਂ ਲੋਕਾਂ ਨੂੰ ਕੋਈ ਤਰਾਸਦੀ ਜਾਂ ਟ੍ਰੈਜਿਕ ਸੀਨ 'ਚੋਂ ਨਹੀਂ ਨਿਕਲਣਾ ਪਿਆ ਜੋ ਪੰਜਾਬ ਦੇ ਲੋਕਾਂ ਨੂੰ ਰਹੀ ਆ। ਔਰ ਇਹ ਕਲਾਈਮੇਟ ਚੇਂਜ ਦੇ ਸਿਸਟਮ ਨੂੰ ਐਸ ਸਿਸਟਮ ਕਹਿੰਦੇ ਆ ਜਿਹਦੇ ਵਿੱਚੋਂ ਦੀ ਗੁਜ਼ਰਨਾ ਪੈ ਰਿਹਾ ਉਹਨਾਂ ਨੂੰ। ਔਰ ਉਹਦੇ ਵਿੱਚ ਇਹ ਵਾਤਾਵਰਨ ਜਦੋਂ ਖਰਾਬ ਹੋ ਜਾਂਦਾ, ਜਿਹਦੇ ਵਿੱਚ ਤਪਸ਼ ਆ ਜਾਂਦੀ ਹੈ, ਜਿਹਦੇ ਵਿੱਚ ਗਰਮੀ ਜ਼ਿਆਦਾ ਹੋ ਜਾਂਦੀ ਹੈ, ਲੋਕਾਂ ਦੇ ਸੁਭਾਅ ਵਿੱਚ ਵੀ ਆਪਾਂ ਇੱਕ ਵਾਰੀ ਡਿਸਕਸ ਕੀਤਾ ਸੀ, ਉਹਨਾਂ ਦੇ ਸੁਭਾਅ ਵਿੱਚ ਵੀ ਤਲਖੀ ਆ ਜਾਂਦੀ ਹੈ। ਤਲਖੀ ਆਉਣ ਨਾਲ ਉਹਦੇ ਵਿੱਚ ਖਿੱਚ ਜਾਂਦੇ ਆ, ਖਿਝਪਣ ਆ ਜਾਂਦਾ। ਜਿਹੜਾ ਮੌਸਮ ਹੈ ਨਾ, ਇਹੀ ਤੁਹਾਨੂੰ ਵਧੀਆ ਰੱਖਦਾ। ਜੇ ਮੌਸਮ ਖੁਸ਼ਗਵਾਰ ਹੈ, ਜੇ ਮੌਸਮ ਦੇ ਵਿੱਚ ਪਲੈਜ਼ੈਂਟ ਮੌਸਮ ਹੈਗਾ, ਵੈਦਰ ਠੀਕ ਹੈਗਾ, ਤਾਂ ਤੁਹਾਡੇ ਸੁਭਾਅ ਵਿੱਚ ਵੀ ਨਰਮੀ ਆਊਗੀ, ਨਿਮਰਤਾ ਆਊਗੀ, ਪੇਸ਼ੈਂਸ ਆਊਗੀ। ਪਰ ਜਦੋਂ ਤੁਹਾਡੇ ਤਲਖੀ ਉਦੋਂ ਆਉਂਦੀ ਜਦੋਂ ਮੌਸਮ ਦੇ ਵਿੱਚ ਗੜਬੜ ਆ। ਜੇ ਮੀਂਹ ਪੈਂਦਾ ਉਹ ਤਾਂ ਲੋਕ ਖੁਸ਼ ਹੋਣਗੇ, ਤੀਆਂ ਲੱਗਦੀਆਂ, ਕੂੜੇ ਪੱਕਦੇ ਆ, ਖੀਰਾਂ ਖਾਂਦੇ ਲੋਕ, ਨੱਚਦੇ ਗਾਉਂਦੇ ਆ। ਇਹ ਡਿਪੈਂਡ ਕਰਦਾ ਮੌਸਮ 'ਤੇ। ਔਰ ਜਦੋਂ ਗਲੋਬਲ ਵਾਰਮਿੰਗ ਹੋ ਗਈ ਆ, ਗਰਮੀ ਜ਼ਿਆਦਾ ਹੋ ਗਈ, ਲੋਕਾਂ ਦੇ ਸੁਭਾਵਾਂ ਵਿੱਚ ਵੀ ਤਲਖੀ ਆਈ ਹੈ। ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਇਹ ਗੱਲਬਾਤ ਦਾ ਚਰਚਾ ਕੀਤਾ ਸੀਗਾ। ਔਰ ਇਹ ਇਸ ਵੇਲੇ ਵਿਸ਼ਵ ਦਾ ਜ਼ਿਆਦਾ ਮਸਲਾ ਬਣ ਗਿਆ। ਇਹਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ, ਜਿੱਥੇ ਵੀ ਬੈਠੇ ਨੇ, ਗਰਮੀ ਤੋਂ ਬਿਲਕੁਲ ਸਤਾਏ ਪਏ ਆ ਗਰਮੀ ਦੇ। ਔਰ ਇਸੇ ਗਰਮੀ ਨੇ ਖਾਸ ਕਰਕੇ ਮੈਦਾਨਾਂ ਵਿੱਚ ਜ਼ਿਆਦਾ ਹੁੰਦੀ ਹੈ। ਜੇ ਅਸੀਂ ਹਿਮਾਚਲ ਸਾਡਾ ਸੂਬਾ ਹੈਗਾ, ਉੱਥੇ ਮੌਸਮ ਵਧੀਆ ਰਹਿੰਦਾ, ਮੀਂਹ ਵੀ ਪੈ ਜਾਂਦਾ। ਹਰਿਆਣੇ ਵਿੱਚ ਤੇ ਪੰਜਾਬ ਵਿੱਚ ਗਰਮੀ ਜ਼ਿਆਦਾ ਹੁੰਦੀ, ਮੈਦਾਨੀ ਏਰੀਆ ਹੁੰਦਾ। ਇਸੇ ਤਰ੍ਹਾਂ ਹੀ ਅਮਰੀਕਾ ਦੇ ਵੀ ਕੁਝ ਏਰੀਏ ਨੇ ਜਿਹੜੇ ਪਲੇਨ ਆ, ਕੁਝ ਹਿਲੀ ਏਰੀਆ ਵਾ। ਉਹ ਜਿਹੜੇ ਹਿਲੀ ਏਰੀਆ ਬਚ ਜਾਂਦੇ ਆ, ਜਿਹੜੇ ਪਲੇਨ ਏਰੀਆ ਇੱਥੇ ਗਰਮੀ ਹੁੰਦੀ ਹੈ। ਪੰਜਾਬ ਵਿੱਚ ਅੱਤ ਦੀ ਗਰਮੀ ਹੁੰਦੀ ਆ, ਅੱਤ ਦਾ ਹੀ ਸਰਦੀ ਹੁੰਦੀ ਆ। ਔਰ ਇੱਥੇ ਲੋਕਾਂ ਦੇ ਸੁਭਾਅ ਵੀ ਇਦਾਂ ਦੇ ਆ। ਅੱਤ ਦੇ ਗੁੱਸੇ 'ਚ ਆ, ਜੇ ਗੁੱਸੇ 'ਚ ਆ ਤੇ ਅੱਗ ਆ, ਜੇ ਨਰਮ ਆ ਤੇ ਬਰਫ਼ ਆ। ਜੇ ਨਰਮ ਹੋ ਜਾਂਦੇ ਫਿਰ ਜੱਫੀਆਂ ਪਾਉਂਦੇ, ਪਿਆਰ ਕਰਦੇ ਆ। ਇਹ ਸੁਭਾਅ 'ਤੇ ਡਿਪੈਂਡ ਕਰਦਾ। ਤਦੇ ਕਰਕੇ ਜਿਹੜੀਆਂ ਵੀ ਖੋਜਾਂ ਆਈਆਂ ਉਹਨਾਂ ਦੇ ਪਿੱਛੇ ਇਹੀ ਹੈਗਾ ਕਿ ਸੰਗੀਤ ਨਾਲ ਜੁੜੀਆਂ, ਜਦੋਂ ਸੰਗੀਤ ਅਸੀਂ ਸੁਣਦੇ ਹਾਂ, ਸੁਭਾਅ ਸਾਡਾ ਬਿਲਕੁਲ ਨਰਮ ਹੋ ਜਾਂਦਾ, ਠੰਡਾ ਹੋ ਜਾਂਦਾ ਔਰ ਅਸੀਂ ਖੁਸ਼ੀ ਵਿੱਚ ਆ ਜਾਂਦੇ ਹਾਂ। ਤਦੇ ਝੂਮਦੇ ਅਸੀਂ, ਤਦੇ ਨੱਚਦੇ ਹੈਗੇ ਹਾਂ। ਸੰਗੀਤ ਵੀ ਇੱਕ ਇਸੇ ਤਰ੍ਹਾਂ ਦੀ ਚੀਜ਼ ਹੈਗੀ ਆ, ਮੌਸਮ ਵੀ ਇਸੇ ਤਰ੍ਹਾਂ ਦਾ ਚੀਜ਼ ਹੈਗੀ ਆ, ਜਿਹਦੇ 'ਤੇ ਅਸੀਂ ਨਿਰਭਰ ਹੋ ਕੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦੇ ਹਾਂ, ਬੱਚਿਆਂ ਨੂੰ ਪਾਲਦੇ ਹਾਂ ਔਰ ਸਾਰਾ ਕੁਝ ਕਰਦੇ ਹਾਂ। ਜੇ ਤਪਸ਼ ਹੈ ਤਾਂ ਅਸੀਂ ਹੋਏ ਸਾਡੇ ਗਰਮੀ ਹੋਏ, ਅਸੀਂ ਨਹੀਂ ਕੋਈ ਕਰ ਸਕਦੇ, ਅਸੀਂ ਏਸੀ ਛੱਡਣ ਲੱਗੇ ਹਾਂ। ਇਸੇ ਤਰੀਕਾ ਨੇ, ਇਸੇ ਗਰਮੀ ਨੇ, ਇਸੇ ਤਪਸ਼ ਨੇ ਪੂਰੇ ਵਿਸ਼ਵ ਨੂੰ ਆਪਣੇ ਲਪੇਟੇ ਵਿੱਚ ਲਿਆ ਹੋਇਆ ਜੀ। ਔਰ ਅਮਰੀਕਾ ਦੇ ਵਿੱਚ ਇੱਕ ਹੋਰ ਜਿਹੜਾ ਅਸੀਂ ਗਨ ਕਲਚਰ ਦੀ ਗੱਲ ਕਰਦੇ ਰਹਿੰਦੇ ਹਾਂ, ਉਹ ਵੀ ਇੱਕ ਸਮੱਸਿਆ ਹੈ। ਹੁਣ ਫਿਰ ਤੋਂ ਉਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਤੇ ਲੋਕ ਕਾਫੀ ਜ਼ਿਆਦਾ ਤਣਾਅ 'ਚ ਨੇ, ਜ਼ਖਮੀ ਵੀ ਹੋਏ ਨੇ, ਹਲਾਕ ਵੀ ਹੋਏ ਨੇ। ਸੋ ਅੰਨ੍ਹੇਵਾਹ ਗੋਲੀਬਾਰੀ ਫਿਰ ਤੋਂ ਹੋਈ। ਦੇਖੋ, ਇੱਕ ਆਪਾਂ ਮੌਸਮ ਦੀ ਗੱਲ ਕੀਤੀ ਤੇ ਇੱਕ ਦੂਜੀ ਤਲਖੀ ਵਾਲੀ ਗੱਲ ਆ ਗਈ, ਲੋਕਾਂ ਦੇ ਸੁਭਾਅ ਦੀ ਗੱਲ ਆ ਗਈ। ਗਨ ਕਲਚਰ ਨੇ ਅਜੇ ਪਿੱਛਾ ਨਹੀਂ ਛੱਡਿਆ ਅਮਰੀਕਾ ਦਾ, ਅਜੇ ਉਹ ਐਕਸਰਸਾਈਜ਼ ਕਰ ਰਿਹਾ। ਨੇਵੀ ਉਹਨਾਂ ਦੀ, ਏਅਰ ਫੋਰਸ ਇਸ ਵੇਲੇ ਤਾਇਨਾਤ ਆ, ਪੂਰੀ ਉਸ ਪਾਸੇ ਜਾਂਦੀ ਆ। ਇਹ ਪਤਾ ਨਹੀਂ ਕਿਹੜੀਆਂ ਨੁੱਕਰਾਂ 'ਚੋਂ ਨਿਕਲ ਕੇ ਗੋਲੀਆਂ ਚਲਾ ਜਾਂਦੇ। ਇਹ ਗੁੱਡ ਹੋਪ ਰੋਡ ਹੈ ਜਿਹਦੇ 'ਤੇ ਹੋਇਆ ਇਹ ਸਾਰਾ, ਲੋਕਾਂ ਨੂੰ ਹਲਾਕ ਕੀਤਾ, ਜਿੱਥੇ ਗੋਲਾਬਾਰੀ ਹੋਈ ਹੈ। ਅੰਨ੍ਹੇਵਾਹ ਗੋਲੀ ਚਲਾਈ ਜਿਹੜੇ ਆਏ ਆ। ਉਹਦੇ ਵਿੱਚ ਉੱਥੋਂ ਦੇ ਵਾਸ਼ਿੰਗਟਨ ਦੇ ਜਿਹੜੇ ਉੱਥੋਂ ਦੇ ਮੇਅਰ ਤੇ ਉਹਨਾਂ ਨੇ ਜਿਹੜੇ ਪੁਲਿਸ ਆਫੀਸਰ ਨੇ, ਉਹਨਾਂ ਨੇ ਕਹਿ ਦਿੱਤਾ ਲੋਕਾਂ ਨੂੰ ਕਿ ਜਿਹੜਾ ਇਹਨਾਂ ਦੀ ਸੂਹ ਦੇਵੇ ਅਸੀਂ ਉਹਨੂੰ ਵੱਧ ਤੋਂ ਵੱਧ ਸਜ਼ਾ ਦੇਵਾਂਗੇ, ਜਿਹੜੇ ਫੜੇ ਜਾਣਗੇ। ਔਰ ਉਹਦੇ ਤੋਂ ਸੂਹੇ ਤਾਂ ਬਹੁਤ ਹੈਗੇ ਆ ਜਿਹੜੇ ਲੋਕਾਂ ਦੀ ਸੂਹ ਲੈਂਦੇ ਆ ਜਾਂ ਕਰਨ ਵਾਲੀ, ਜਿਹੜੇ ਗੁਫੀਆਂ ਏਜੰਸੀਆਂ ਹੈਗੀਆਂ, ਜਿਹੜੀਆਂ ਏਜੰਸੀਆਂ ਪਤਾ ਕਰਦੀਆਂ, ਉਹ ਵੀ ਲੱਗੀਆਂ ਪਈਆਂ ਹੈਗੀਆਂ। ਪਰ ਉਹਦੇ ਵਿੱਚ ਇੱਕ ਔਰਤ ਹਲਾਕ ਹੋ ਗਈ, ਮਰ ਗਈ, ਔਰ 3 ਬੰਦੇ ਮਰ ਗਏ ਆ, ਬਾਕੀ ਜ਼ਖਮੀ ਬਹੁਤ ਹੋ ਗਏ। ਇਹ ਕਿੱਧਰ ਦੀ ਲਾਇਕੀ ਆ, ਇਹ ਕਿੱਧਰ ਦੀ ਸੂਝ ਹੈ? ਇਹ ਬਿਲਕੁਲ ਓਬੜ ਤੇ ਜਿਹੜੇ ਮੂਰਖ ਲੋਕਾਂ ਦਾ ਹੀ ਐਕਸ਼ਨ ਹੈਗਾ। ਚੱਲਦੇ ਬੱਚਿਆਂ ਨੂੰ, ਚੱਲਦੇ ਬੰਦਿਆਂ ਨੂੰ, ਕੰਮ 'ਤੇ ਜਾਂਦਿਆਂ ਨੂੰ ਗੋਲੀ ਚਲਾ ਦੇਣੀ, ਜਦੋਂ ਕਿ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ। ਜਦੋਂ ਪਰਸਨਲ ਐਨਿਮਿਟੀ ਹੁੰਦੀ ਹੈ, ਕੋਈ ਨੇੜੇ ਦੀ ਵਿਰੋਧਤਾ ਹੁੰਦੀ ਹੈ, ਉਹ ਤਾਂ ਸਮਝਦੇ ਆ ਵੀ ਗੋਲੀ ਚੱਲ ਗਈ, ਉਹਨੇ ਉਹਨਾਂ ਨਾਲ ਮਾੜਾ ਕੀਤਾ ਜੀ। ਰਾਹ ਜਾਂਦੇ ਰਾਹ ਨੂੰ ਕਿਉਂ ਮਾਰਨ ਦੀ ਲੋੜ ਹੈਗਾ? ਕੀ ਉਹਨੇ ਇਹਨਾਂ ਦਾ ਚੁੱਕਿਆ, ਕੀ ਗਵਾਇਆ ਹੈਗਾ? ਇੰਨੇ ਲੋਕ ਸੂਝਵਾਨ, ਇੰਨੀ ਸਿਖਰਾਂ 'ਤੇ ਜਿਹੜੀ ਲੋਕਾਂ ਉਹਨਾਂ ਕੋਲ ਪਾਵਰ ਹੈਗਾ। ਕਹਿੰਦੇ ਅਮਰੀਕਾ ਕੋਲ ਜਿਹੜੀ ਹੈਗੀ ਹੈ ਸੰਪਤੀ ਇਹਨੇ ਹੋਲਡ ਕੀਤੀ ਆ। ਅਮਰੀਕਾ ਹੋਲਡ ਦਾ ਮਨੀ ਹੈ ਨਾ, ਪਾਵਰ ਹੋਲਡ ਦਾ ਰਸ਼ੀਆ ਹੈ ਨਾ, ਰਸ਼ੀਆ ਕੋਲ ਪਾਵਰ ਹੈ। ਔਰ ਇਸੇ ਕਰਕੇ ਚਾਈਨਾ ਹੋਲਡ ਦਾ, ਚਾਈਨਾ ਐਂਡ ਜਾਪਾਨ ਹੋਲਡਿੰਗ ਦਾ ਮਾਡਰਨ ਟੈਕਨੋਲੋਜੀ। ਇਹ ਚੀਜ਼ਾਂ ਇਹਨਾਂ ਕੋਲ ਪਈਆਂ ਹੈਗੀਆਂ। ਔਰ ਜੇ ਅਸੀਂ ਇਹਨਾਂ ਚੀਜ਼ਾਂ ਦੇ ਹੁੰਦੇ ਹੋਏ ਵੀ ਲੋਕਾਂ ਨੂੰ ਮਾਰੀਏ, ਜੇ ਸਾਡੇ ਕੋਲ ਵੈਪਨ ਉਹ ਕੱਢ ਕੇ ਲੋਕਾਂ ਨੂੰ ਖਤਮ ਕਰ ਦਈਏ, ਉਹਨਾਂ ਦੇ ਜਾਨਲੇਵਾ ਹਮਲੇ ਕਰ ਦਈਏ, ਇਹ ਕਿੱਧਰ ਦੀ ਵੱਡੀ ਕਰਤੂਤ ਹੈਗੀ। ਔਰ ਹਮੇਸ਼ਾ ਅਸੀਂ ਬਹੁਤ ਵਾਰੀ ਇਹ ਗੱਲਾਂ ਕੀਤੀਆਂ, ਕਿਉਂਕਿ ਖਬਰਾਂ ਆਉਂਦੀਆਂ, ਮੀਡੀਆ 'ਤੇ ਵੀ ਆਉਂਦੀਆਂ ਔਰ ਪ੍ਰਿੰਟ ਮੀਡੀਆ 'ਤੇ ਵੀ ਆਉਂਦੀਆਂ,
ਔਰ ਖਾਸ ਕਰਕੇ ਇਰਦ ਗਿਰਦ ਵਾਸ਼ਿੰਗਟਨ ਦੇ ਏਰੀਏ 'ਚ ਹੀ ਹੋਇਆ। ਔਰ ਲੋਕ ਉੱਥੇ ਕਿਸ ਤਰ੍ਹਾਂ ਚੰਗੇ ਤਰੀਕੇ ਨਾਲ ਕੰਮ ਕਰ ਲੈਣਗੇ, ਕਿੱਦਾਂ ਸ਼ਾਂਤੀ ਨਾਲ ਰਹਿ ਜਾਣਗੇ, ਜਿਨ੍ਹਾਂ ਨੂੰ ਦਹਿਸ਼ਤ ਅੰਦਰ ਜਿਨ੍ਹਾਂ ਦੇ ਜੰਮ ਜਾਂਦੀ ਹੈ। ਤਾਂ ਅਸੀਂ ਰਾਤ ਨੂੰ ਨਿਕਲਾਂਗੇ, ਪਤਾ ਨਹੀਂ ਕਿੱਧਰੋਂ ਗੋਲੀ ਆ ਜਾਣੀ ਹੈ। ਆਪਣੇ ਵੀ ਜੇ ਅਸੀਂ ਆਪਣੇ ਸੂਬੇ 'ਚ ਕੰਮ ਕਰੀਏ, ਰਾਤ ਨੂੰ 9 ਵਜੇ ਨਿਕਲੀਏ, ਤੇ ਜੇ ਆਪਾਂ ਵੇਖਦੇ ਹਾਂ ਕਿ ਕਿੱਧਰੋਂ ਕੋਈ ਬੰਦਾ ਆ ਕੇ ਗੋਲੀ ਮਾਰਦੇ, ਤਾਂ ਕੀ ਜ਼ਿੰਦਗੀ ਰਹੀ ਸਾਡੀ, ਕੀ ਕੰਮ ਰਹਿ ਗਿਆ ਸਾਡਾ, ਕੀ ਬੱਚੇ ਕਰਨਗੇ, ਕੀ ਘਰ ਦੇ ਕਰਨਗੇ। ਘਰ ਤਬਾਹ ਹੋ ਜਾਂਦਾ ਬੰਦਾ ਮਰਨ ਨਾਲ। ਔਰ ਉੱਥੇ ਵੀ ਕੁਝ ਜੁਆਇੰਟ ਫੈਮਲੀਆਂ ਹੈਗੀਆਂ, ਉੱਥੇ ਵੀ ਲੋਕ ਅੱਛੇ ਤਰ੍ਹਾਂ ਦੇ ਸੁਭਾਅ ਦੇ ਹੈਗੇ ਆ। ਔਰ ਆਪਾਂ ਜੇ ਕਹਿੰਦੇ ਹਾਂ ਕਿ ਜੇ ਇੰਨਾ ਪੈਸਾ ਹੈਗਾ ਲੋਕਾਂ ਕੋਲ, ਤਾਂ ਆਪਣੇ ਪੰਜਾਬ 'ਚ ਤਾਂ ਹਿੰਦੁਸਤਾਨ 'ਚ ਇਸ ਕਰਕੇ ਗੋਲੀ ਚੱਲਦੀ ਹੈ, ਪੈਸੇ ਦੀ ਥੋੜ੍ਹਾ ਪੈਸਾ ਖੋਹਦੇ ਆ, ਸਨੈਚਿੰਗ ਹੁੰਦੀ ਆ, ਹੈ ਨਾ, ਕਿਸੇ ਦੀਆਂ ਵਾਲੀ ਲਾ ਲਈਆਂ, ਕਿਸੇ ਦੇ ਕਾਂਟੇ ਲਾ ਲਏ, ਕਿਸੇ ਦੀ ਚੇਨ ਲਾ ਲਈ, ਉਹ ਲਾ ਕੇ ਦੌੜ ਜਾਂਦੇ ਆ, ਪੈਸੇ ਦੀ ਥੋੜ੍ਹਾ। ਉੱਥੇ ਤਾਂ ਪੈਸਾ ਵੀ ਬਹੁਤ ਲੋਕਾਂ ਕੋਲ, ਕਾਹਦੀ ਘਾਟ ਹੈਗੀ ਆ, ਕਾਹਦਾ ਤਣਾਅ ਹੈਗਾ, ਕਿਉਂ ਮਾਨਸਿਕ ਤੌਰ 'ਤੇ ਲੋਕਾਂ ਨੂੰ ਤੰਗ ਕਰਦੇ ਲੋਕ। ਬਿਲਕੁਲ ਠੀਕ ਹੈ। ਸੋ ਅਮਰੀਕਾ ਦਾ ਇਹੀ ਰਿਹਾ ਕਿ ਇੱਕ ਤਾਂ ਆਪਾਂ ਸਭ ਤੋਂ ਪਹਿਲਾਂ ਲਿੱਤਾ ਕਿ ਜੋ ਨੇਵੀ ਇਨ ਐਕਸ਼ਨ ਹੈ, ਜੀ ਜੀ 9 ਤੋਂ 18 ਤਰੀਕ ਵਾਸਤੇ ਇੱਕ ਪੂਰਾ 22 ਟਾਈਮ ਜ਼ੋਨਾਂ ਦੇ ਵਿੱਚ ਇੱਕ ਮਿਲਟਰੀ ਐਕਸਰਸਾਈਜ਼ ਹੋਣ ਵਾਲੀ ਹੈ। ਸ਼ਾਇਦ ਉਹਦੇ ਹੀ ਰਿਸਪੌਂਸ ਦੇ ਵਿੱਚ ਰਸ਼ੀਆ ਔਰ ਚਾਈਨਾ ਨੇ ਆਪਣੇ ਯੁੱਧ ਦੇ ਬੇੜੇ, ਜਾਂ ਹੋਰ ਦੇਸ਼ਾਂ ਨੇ ਆਪਣੇ ਯੁੱਧ ਦੇ ਬੇੜੇ ਅਮਰੀਕਾ ਦੇ ਸੀ ਵਾਟਰਸ, ਜਿਹੜੀਆਂ ਸੀ ਬਾਉਂਡਰੀਜ਼ ਨੇ, ਉਹਦੇ ਆਸ-ਪਾਸ ਭੇਜੇ ਨੇ। ਉਹਦੇ ਨਾਲ ਜੁੜਦਾ ਹੋਇਆ ਗਨ ਕਲਚਰ ਆਪਾਂ ਦੇਖੀਏ ਤਾਂ ਉਹ ਵੀ ਆਪਾਂ ਕਈ ਵਾਰ ਡਿਸਕਸ ਕਰ ਚੁੱਕੇ ਹਾਂ ਕਿ ਉਹਦੇ ਲਈ ਕਾਨੂੰਨ ਵੀ ਬਣਾਏ ਗਏ ਨੇ, ਉਹਦੇ ਲਈ ਸਕੂਲਾਂ ਦੇ ਵਿੱਚ ਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ। ਪਰ ਗਲੀਆਂ ਮੁਹੱਲਿਆਂ ਵਿੱਚ ਵੀ ਜੇ ਅੰਨ੍ਹੇਵਾਹ ਗੋਲੀ ਚੱਲ ਜਾਏ ਤਾਂ ਇਹ ਬੜੀ ਹੀ ਬੜੀ ਮਾੜੀ ਗੱਲ ਹੈ ਔਰ ਬੜੀ ਰਿਸਕੀ ਗੱਲ ਆ। ਔਰ ਨਾਲ ਜਿਹੜੀ ਤਪਸ਼ ਹੈ, ਕਿਉਂਕਿ ਇਹ ਤਪਸ਼ ਮੌਸਮ ਦੇ ਵਿੱਚ ਵੀ ਹੈ, ਗਲੋਬਲ ਵਾਰਮਿੰਗ ਦੀ ਵੀ ਆਪਾਂ ਗੱਲ ਕੀਤੀ ਹੈ, ਔਰ ਪੂਰੀ ਦੁਨੀਆ ਇਸ ਨਾਲ ਨਜਿੱਠ ਰਹੀ ਹੈ। ਔਰ ਜਦੋਂ ਵੀ ਕੋਈ ਵੱਡੀਆਂ ਦੇਸ਼ ਦੀਆਂ ਮੀਟਿੰਗਸ ਹੁੰਦੀਆਂ ਨੇ, ਚਾਹੇ ਹੁਣ G20 ਹੋਇਆ, G7 ਹੋਇਆ, ਜਾਂ ਯੂਨੀਸੈਫ ਵੱਲੋਂ ਜੋ ਯੂਨਾਈਟਿਡ ਨੇਸ਼ਨਸ ਦੀ ਇੱਕ ਬ੍ਰਾਂਚ ਹੈ, ਹਮੇਸ਼ਾ ਕਿਹਾ ਜਾਂਦਾ ਹੈ ਕਿ ਜਿਹੜੇ ਅਮੀਰ ਮੁਲਕ ਨੇ ਉਹ ਇੱਕ ਬੈਂਕ ਸਿਸਟਮ ਰੱਖਣ ਔਰ ਉਹਦੇ ਵਿੱਚ ਸਾਰੀ ਪੂਲਿੰਗ ਹੋਵੇ, ਉਹਦੇ ਵਿੱਚ ਸਾਰੇ ਵੱਡੇ ਵੱਡੇ ਦੇਸ਼ ਪੈਸਾ ਪਾਉਣ ਔਰ ਉਸ ਪੈਸੇ ਦਾ ਇਸਤੇਮਾਲ ਹੋਵੇ ਜੋ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਹੋ ਰਿਹਾ ਹੈ ਉਸ ਨੂੰ ਕਿੱਦਾਂ ਨਜਿੱਠਣਾ ਹੈ ਉਸ ਦੇ ਲਈ। ਕਿਉਂਕਿ ਜੋ ਇੱਕ ਵਾਰ ਨਸ਼ਟ ਹੋ ਗਿਆ, ਕਈ ਸਪੀਸ਼ੀਜ਼ ਨੇ, ਜਾਨਵਰਾਂ ਦੀਆਂ ਕਈ ਜਾਤੀਆਂ ਨਸ਼ਟ ਹੋ ਗਈਆਂ, ਦਰਖਤਾਂ ਦੀਆਂ ਕਈ ਨਸ਼ਟ ਹੋ ਗਈਆਂ, ਸੋ ਉਹ ਮੁੜ ਕੇ ਨਹੀਂ ਆਉਣੀਆਂ। ਕਿਉਂਕਿ ਇਹ ਕੋਈ ਸ਼ੇਅਰ ਮਾਰਕੀਟ ਨਹੀਂ ਹੈ ਜੋ ਅਪ ਡਾਊਨ ਹੋਏਗੀ, ਮੁੜ ਕੇ ਆ ਜਾਏਗੀ, ਜੇ ਡਾਊਨ ਚਲੀ ਗਈ ਫਿਰ ਅਪ ਹੋ ਜਾਏਗੀ। ਇਹ ਜ਼ਿੰਦਗੀ ਹੈ, ਇੱਕ ਵਾਰੀ ਜੋ ਚਲਾ ਗਿਆ, ਐਲੀਮੀਨੇਟ ਹੋ ਗਿਆ, ਉਹਦਾ ਦੁਬਾਰਾ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਹਮੇਸ਼ਾ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਸਾਰੇ ਅਮੀਰ ਮੁਲਕ ਆਪਣਾ ਪੈਸਾ ਜਮ੍ਹਾਂ ਕਰਵਾਉਣ ਔਰ ਉਸ ਪੈਸੇ ਦਾ ਇਸਤੇਮਾਲ ਹੋਵੇ ਕਲਾਈਮੇਟ ਚੇਂਜ ਨੂੰ ਨਜਿੱਠਣ ਦੇ ਲਈ, ਔਰ ਪੂਰੇ ਦੁਨੀਆ ਦੇ ਨਾਗਰਿਕ ਮਿਲ ਕੇ ਕੰਮ ਕਰਨ। ਕਿਉਂਕਿ ਜਿਨ੍ਹਾਂ ਕੋਲ ਪਾਵਰ ਹੈਗੀ ਹੈ ਪੋਲੀਟੀਕਲ, ਉਹ ਪੋਲੀਟੀਕਲ ਵਿਲ ਦੇ ਨਾਲ ਇਸ ਨਾਲ ਨਜਿੱਠਣ, ਔਰ ਆਮ ਲੋਕ ਜਿੱਦਾਂ ਸਹਾਇਕ ਸਿੱਧ ਹੋ ਸਕਦੇ ਨੇ ਉਹ ਜ਼ਰੂਰ ਸਹਾਇਤਾ ਕਰਨ। ਤੇ ਹੁਣ ਆਪਾਂ ਪੰਛੀਆਂ ਦੀ ਗੱਲ ਕੀਤੀ ਹੈ, ਵਧੀਆ ਗੱਲ ਹੈਗੀ ਆ ਕਿ ਜਿਸ ਤਰ੍ਹਾਂ ਅਮਰੀਕਾ, ਕੈਨੇਡਾ, ਬਾਕੀ ਜਿਹੜੀ ਧਰਤੀਆਂ ਨੇ, ਉੱਥੇ ਸਾਡੇ ਵਰਗੇ ਪੰਛੀ ਜੋ ਸਾਡੇ ਪੰਜਾਬ 'ਚ ਆ, ਜੋ ਹਿੰਦੁਸਤਾਨ ਵਿੱਚ ਆ, ਬਤਕਾਂ ਹੈਗੀਆਂ, ਮਾਈਗ੍ਰੇਟ ਕਰਕੇ ਆਉਂਦੇ ਨੇ। ਗੋਲੇ ਕਬੂਤਰ ਹੈ, ਗੋਲੇ ਕਬੂਤਰ ਜਿਹੜੇ ਚੋਗਾ ਚੁਗਦੇ, ਚਿੜੀਆਂ ਤਲੀ ਤੇ ਆ ਕੇ ਚੋਗਾ ਚੁਗਦੀਆਂ ਬੰਦਿਆਂ ਕੋਲ, ਮੋਰ, ਸਾਰੇ ਘੁੱਗੀਆਂ, ਗਟਾਰਾਂ, ਚਿੜੀਆਂ, ਸਾਰੇ ਪੰਛੀ ਹੈਗੇ ਆ। ਇਹ ਵੀ ਪੰਛੀ ਜਿਹੜੇ ਆ ਪ੍ਰਵਾਸ ਕਰਦੇ ਆ, ਇਹ ਮਾਈਗ੍ਰੇਟ ਕਰਦੇ ਆ, ਇੱਕ ਦੂਜੇ ਦੇ ਦੇਸ਼ 'ਚ ਜਾ ਜਾਂਦੇ ਆ। ਇਹਨਾਂ ਕੋਈ ਵੀਜ਼ਾ ਤਾਂ ਲੈਣਾ ਨਹੀਂ, ਇਹਨਾਂ ਕੋਈ ਹੈ ਨਾ ਕੋਈ ਇਮੀਗ੍ਰੇਸ਼ਨ ਦਫ਼ਤਰ 'ਤੇ ਜਾਣਾ ਨਹੀਂ, ਉਡਾਰੀ ਮਾਰਦੇ ਆ ਜਾਂਦੇ ਆ। ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਵੀ ਕਈ ਤਰ੍ਹਾਂ ਦੇ ਬਰਡ ਸੈਂਚੁਰੀ ਬਣੀਆਂ, ਔਰ ਹਰੀਕੇ ਇੱਕ ਬਰਡ ਸੈਂਚੁਰੀ ਬਣੀ, ਉੱਥੇ ਉਹਦੇ ਵਿੱਚ ਉਹਨਾਂ ਦੇ ਪੈਰਾਂ 'ਚ ਛੱਲੇ ਪਾਏ ਆ, ਹਰੀਕੇ ਪੱਤਨ, ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਦੇਸ਼ 'ਚ ਆਏ, ਪ੍ਰਵਾਸ ਕਰਕੇ ਆਏ, ਜਰਮਨ, ਜਾਪਾਨ, ਕੈਨੇਡਾ, ਅਮਰੀਕਾ, ਸਾਰੇ ਦੇਸ਼ਾਂ ਵਿੱਚੋਂ। ਔਰ ਉੱਥੇ ਇੱਥੇ ਆ ਕੇ ਆਪਣੀ ਬੋਲੀ ਬੋਲਦੇ ਆ। ਬੋਲੀ ਵੀ ਉਹ ਇੱਕੋ ਹੀ ਹੈ, ਸਾਰੇ ਸਮਝਦੇ ਆ, ਕੋਈ ਲੈਂਗੁਏਜ ਦਾ ਬਾਰ ਨਹੀਂ, ਕੋਈ ਆਉਣ ਦਾ ਬਾਰ ਨਹੀਂ, ਕੋਈ ਇਸ ਤਰ੍ਹਾਂ ਦੀ ਸਰਹੱਦ ਨਹੀਂ, ਕੋਈ ਉਹਨਾਂ ਦੇ ਲਈ ਰੋਕ ਨਹੀਂ, ਕੋਈ ਟੋਕ ਨਹੀਂ। ਇਹ ਹੈ ਪੰਛੀਆਂ ਦੀ ਜ਼ਿੰਦਗੀ, ਪੰਛੀਆਂ ਦਾ ਬਹਾਵ, ਪੰਛੀਆਂ ਦੀ ਲਹਿਰ। ਇਹ ਸਾਰੇ ਦੇਸ਼ਾਂ ਵਿੱਚ ਜੇ ਸਰਹੱਦਾਂ, ਹੱਦਾਂ, ਭਾਸ਼ਾ, ਜੇ ਸੰਗੀਤ, ਸਾਰਾ ਕੁਝ ਬਣਾਇਆ, ਇਹ ਮਨੁੱਖ ਨੇ ਰੋਕਾਂ ਲਾਈਆਂ, ਮਨੁੱਖ ਦੀ ਸੋਚ ਨੇ ਇੱਕ ਦੂਜੇ 'ਤੇ ਰਾਜ ਕਰਨ ਲਈ, ਕੁਰਸੀ 'ਤੇ ਬਹਿਣ ਲਈ। ਪੰਛੀਆਂ 'ਚ ਕੋਈ ਹੈ ਨਹੀਂ, ਪੰਛੀਆਂ 'ਚ ਤਾਂ ਇੱਕੋ ਜਿਹਾ ਸਾਰਾ ਕੁਝ, ਵਿਸ਼ਵ ਇੱਕੋ ਹੀ ਉਹਨਾਂ ਦਾ, ਇੱਕੋ ਦੁਨੀਆ, ਇੱਕੋ ਘਰ ਆ, ਇੱਕੋ ਆਲਣੇ ਆ, ਇੱਕੋ ਪਰਿਵਾਰ ਆ, ਇੱਕੋ ਤਰ੍ਹਾਂ ਦਾ ਦੁਨੀਆ। ਕਈ ਲੋਕ ਮਜ਼ਾਕ ਕਰਦੇ ਨੇ ਕਿ ਜਦੋਂ ਮਜ਼ਾਕ ਹੈ ਕਿ ਜਰਮਨ ਤੋਂ, ਅਮਰੀਕਾ ਤੋਂ, ਹੋਰ ਦੇਸ਼ਾਂ ਤੋਂ ਜਦੋਂ ਕੋਈ ਪੰਛੀ ਮਾਈਗ੍ਰੇਟ ਕਰਕੇ ਭਾਰਤ ਵਿੱਚ ਆਉਂਦੇ ਨੇ, ਪੰਜਾਬ ਵਿੱਚ ਆਉਂਦੇ ਨੇ, ਉਹਨਾਂ ਨੂੰ ਲੈਂਗੁਏਜ ਪ੍ਰੋਬਲਮ ਆਉਂਦੀ, ਕਿਉਂਕਿ ਇੱਥੋਂ ਦੇ ਪੰਛੀ ਪੰਜਾਬੀ ਬੋਲਦੇ ਨੇ ਤੇ ਉਹ ਅੰਗਰੇਜ਼ੀ ਬੋਲਦੇ ਹੁੰਦੇ, ਤੇ ਉਹ ਜਰਮਨ ਭਾਸ਼ਾ 'ਚ ਬੋਲਦੇ। ਪੰਛੀ ਬਹੁਤ ਸਿਆਣੇ ਹੁੰਦੇ, ਪਤਾ ਹੁੰਦਾ ਇਹਨਾਂ ਨੂੰ, ਇਹਨਾਂ ਦੇ ਸੰਕੇਤ, ਇਹਨਾਂ ਦੇ ਸਿਗਨਲ, ਇਹਨਾਂ ਦੇ ਇਸ਼ਾਰੇ ਸਮਝਣੇ, ਜਿਹੜੇ ਆਪੋ ਵਿੱਚ ਸਮਝਦੇ। ਬਿਲਕੁਲ। ਹੁਣ ਇਹ ਇਸ਼ਾਰੇ ਸਾਡੇ ਦੇਸ਼ ਦੀ ਰਾਜਨੀਤੀ ਦੇ, ਇਹ ਇਹਨਾਂ ਨੂੰ ਕੌਣ ਸਮਝੂਗਾ? ਇਹ ਸਮਝਣ ਵਾਲੀ ਗੱਲ ਹੈ ਕਿ ਮਨੀਪੁਰ ਦੇ ਵਿੱਚ ਫਿਰ ਤੋਂ ਤਣਾਅ ਬਣਿਆ ਹੋਇਆ ਜੀ। ਔਰ ਨਾਲ ਅਸੀਂ ਜਾਣਦੇ ਹਾਂ ਹਰਿਆਣਾ ਦੇ ਵਿੱਚ ਵੀ, ਨੂਹ ਦੇ ਵਿੱਚ ਵੀ ਇਹ ਹਿੰਸਾ ਹੋਈ ਹੈ। ਸੋ ਕਿਤੇ ਨਾ ਕਿਤੇ ਇਹ ਦੋਵਾਂ ਥਾਵਾਂ ਦੀ ਹਿੰਸਾ ਨੂੰ ਔਰ ਬਾਕੀ ਥਾਵਾਂ ਨੂੰ ਵੀ ਮਿਲਾ ਕੇ
ਐਕਸਪਰਟਸ ਦੇਖਦੇ ਨੇ ਕਿ ਸ਼ਾਇਦ ਇੱਕੋ ਹੀ ਕਾਰਨ ਹੈ ਇਹਨਾਂ ਦੇ ਪਿੱਛੇ ਕਿ ਇਹ ਗੜਬੜ ਪੈਦਾ ਹੋ ਰਹੀ ਹੈ ਔਰ 10 ਹੋਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਮਨੀਪੁਰ ਦੇ ਵਿੱਚ ਔਰ ਉੱਥੇ ਵੀ ਲੁੱਟ ਖੋਹਾਂ ਚੱਲਦੀਆਂ ਪਈਆਂ। ਪੁਲਿਸ ਦੇ ਅਸਲੇ ਤੱਕ ਲੁੱਟ ਲਏ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੇ। ਜਿਸ ਤਰ੍ਹਾਂ ਆਪਾਂ 1947 ਦੀ ਹਿੰਦੁਸਤਾਨ ਦੇ ਦੋਵਾਂ ਪੰਜਾਬਾਂ ਦੇ ਬਟਵਾਰੇ ਦੀ ਗੱਲ ਕਰਦੇ ਸੀਗੇ, ਉਹਦੇ 'ਚ ਵੀ ਲੁੱਟਾਂ ਖੋਹਾਂ ਹੋਈਆਂ, ਅਸਲੇ ਖੋਲੇ ਔਰ ਉਹਦੇ 'ਚ ਮਾਰ ਧੜ ਹੋਈ, ਖੂਨ ਖਰਾਬਾ ਹੋਇਆ। ਇਹ ਦੁਬਾਰਾ ਉਸੇ ਤਰ੍ਹਾਂ ਹੀ ਇਹ ਰਿਪੀਟ ਹੋ ਰਿਹਾ ਸਾਰਾ ਉਹ ਇਤਿਹਾਸ। ਜੋ ਕੁਝ ਅਸੀਂ ਸੁਣਦੇ ਸੀ ਨਿੱਕੇ ਹੁੰਦੇ, ਉਹ ਹੁਣ ਸਾਨੂੰ ਅੱਖਾਂ ਨਾਲ ਵੀਡੀਓ ਤੇ ਸਾਰਾ ਕੁਝ ਸ਼ਰੇਆਮ ਨਜ਼ਰ ਆ ਰਿਹਾ ਔਰ ਪ੍ਰਤੱਖ ਪਤਾ ਲੱਗ ਰਿਹਾ। ਔਰ ਇਸ ਵੇਲੇ ਸਰਕਾਰ ਨੇ ਆਪਣੇ ਤਰੀਕੇ ਨਾਲ ਸਖਤੀ ਵਰਤ ਕੇ ਉੱਥੇ ਸੁਰੱਖਿਆ ਬਲ ਜਿਹੜੇ ਹੈਗੇ ਉੱਥੇ ਭੇਜਦੇ ਆ। 1000 ਤੋਂ ਉੱਪਰ ਜਿਹੜੇ ਅਧਿਕਾਰੀ ਔਰ ਵੈਪਨਾਂ ਦੇ ਧਾਰਕ ਲੈ ਕੇ ਆਏ ਉੱਤੇ, ਜਿਸ 'ਚ BSF ਹੈ, CRPF ਹੈ, ਬਾਕੀ ਜਿਹੜੀਆਂ ਸੁਰੱਖਿਆ ਬਲ ਨੇ ਉਹ ਪੰਚਾਇਤ ਦੇ ਉੱਥੇ ਪਹੁੰਚ ਗਏ ਔਰ ਅਸਲਾ ਵੀ ਨਵਾਂ ਆ ਗਿਆ ਉੱਥੇ। ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਲੁੱਟਿਆ, ਜਿਹਦੇ ਵਿੱਚ ਸਾਰੇ ਲੋਕ ਉੱਥੇ ਇਕੱਠੇ ਨੇ, ਜਥੇਬੰਦੀਆਂ ਨੇ, ਉਹਨਾਂ ਨੇ ਅਸਲੇ ਲੁੱਟ ਕੇ ਫਿਰ ਅੱਗਾਂ ਲਾਈਆਂ ਲੋਕਾਂ ਦੇ ਘਰਾਂ ਨੂੰ, ਮੰਤਰੀਆਂ ਦੇ ਘਰਾਂ ਨੂੰ ਔਰ ਜਿੱਥੇ ਜਿੱਥੇ ਅਧਿਕਾਰੀ ਨੇ ਪੁਲਿਸ ਅਫਸਰ ਉਹਨਾਂ ਦੇ ਘਰਾਂ ਨੂੰ। ਉੱਥੇ ਐਸੀ ਬਗਾਵਤ, ਐਸੀ ਤਰ੍ਹਾਂ ਦਾ ਲੋਕਾਂ ਦਾ ਮਨਮਾਨੀ ਹੋ ਗਈ ਹੈ ਕਿ ਕੋਈ ਹੁਕਮ ਨਹੀਂ, ਕੋਈ ਸਰਕਾਰ ਨਹੀਂ, ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕੰਟਰੋਲ ਨਹੀਂ। ਉਹ ਸਾਰਾ ਕੰਟਰੋਲ ਹੱਥੋਂ ਨਿਕਲ ਗਿਆ ਸਰਕਾਰ ਦੇ। ਔਰ ਜਦੋਂ ਲੋਕ ਬਗਾਵਤ ਕਰਦੇ ਆ, ਜਦੋਂ ਭੀੜ ਆਉਂਦੀ ਹੈ, ਉਦੋਂ ਤੱਕ ਲੋਕਾਂ ਨੂੰ ਸਮਝਣਾ, ਲੋਕਾਂ ਨੂੰ ਰੋਕਣਾ, ਉਹ ਤੁਹਾਡਾ ਸਿਰ ਤੋਂ ਪਾਣੀ ਨਿਕਲ ਜਾਂਦਾ। ਉਹਦੇ ਵਿੱਚ ਤੁਸੀਂ ਬੇਬਸ ਹੋ ਜਾਂਦੇ ਜੀ। ਇਸ ਵੇਲੇ ਸਰਕਾਰ ਤਾਂ ਬੇਬਸ ਹੋ ਗਈ, ਕਿਉਂਕਿ ਜਦੋਂ ਉਹਦੇ ਚੰਗਾੜੀ ਮੱਘਦੀ ਹੈ, ਉਹਨੂੰ ਅਸੀਂ ਰੋਕ ਲਈਏ, ਧੂਆਂ ਧੁਖਦਾ ਰੋਕ ਲਈਏ ਤਾਂ ਠੀਕ ਹੈ। ਜਦੋਂ ਲਾਂਬੂ ਲੱਗ ਜਾਂਦੀ ਹੈ, ਲਪਟਾਂ ਆ ਜਾਂਦੀਆਂ, ਜਦੋਂ ਅੱਗ ਮੱਚ ਜਾਂਦੀ ਹੈ, ਉਹਨੂੰ ਰੋਕਣਾ ਔਖਾ ਹੋ ਜਾਂਦਾ। ਹੁਣ ਹਰ ਕੱਖਾਂ ਦੇ ਵਿੱਚ ਅੱਗ ਮੱਚ ਰਹੀ ਹੈ ਔਰ ਉਹਦੇ ਵਿੱਚ ਇਹਨਾਂ ਨੇ ਫੋਰਸਾਂ ਤੇ ਭੇਜ ਦਿੱਤੀਆਂ। ਔਰ ਉਹਦੇ ਵਿੱਚ ਜਿਹੜੇ ਵਿਧਾਇਕ ਨੇ, ਜਿਹੜੇ ਕੁੱਕੀ ਵਿਧਾਇਕ ਆ, ਉਹਨਾਂ ਬਾਈਕਾਟ ਕਰਤਾ ਕਿ ਅਸੀਂ ਵਿਧਾਨ ਸਭਾ 'ਚ ਜਾਵਾਂਗੇ ਨਹੀਂ। ਔਰ ਉਹਨਾਂ ਦੀ ਜਥੇਬੰਦੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਉੱਥੇ ਗਰੁੱਪ ਬਣੇ ਆ, ਉਹਨਾਂ ਨੇ ਪੂਰੇ ਤਰ੍ਹਾਂ ਯੂਨਾਈਟ ਹੋ ਗਏ। ਔਰ ਉਹਦੇ ਵਿੱਚ ਜਿਹੜੀ ਸਰਕਾਰ, ਕੇਂਦਰ ਸਰਕਾਰ ਇਸ ਵੇਲੇ ਚੁੱਪ ਆ ਜੀ, ਉਹਨੇ ਅਜੇ ਤੱਕ ਕੋਈ ਬਿਆਨ ਨਹੀਂ ਕੀਤਾ। ਆਪਾਂ ਰਾਸ਼ਟਰਪਤੀ ਜਿਹੜੇ ਆਨਰੇਬਲ, ਉਹਨਾਂ ਦੇ ਵੀ ਕੋਈ ਸੰਦੇਸ਼ ਬਾਰੇ ਗੱਲ ਕੀਤੀ ਸੀ, ਉਹਨਾਂ ਵੱਲੋਂ ਵੀ ਕੋਈ ਨਹੀਂ ਆਇਆ। ਔਰ ਮੁਰਮੂ ਜਿਹੜੇ ਰਾਸ਼ਟਰਪਤੀ ਜੀ ਨੇ, ਦ੍ਰੋਪਦੀ ਮੁਰਮੂ ਜੀ, ਉਹਨਾਂ ਨੇ ਵੈਸੇ ਔਰਤਾਂ ਬਾਰੇ ਤੇ ਇੱਕ ਸੰਦੇਸ਼ ਦੇ ਦਿੱਤਾ ਕਿ ਔਰਤਾਂ ਦੇ ਹੱਥ ਵਿੱਚ ਹੀ ਦੇਸ਼ ਦੀ ਵਾਗਡੋਰ ਹੁੰਦੀ ਆ, ਕਾਇਆ ਕਲਪ ਹੁੰਦੀ ਆ। ਦੇਸ਼ ਨੂੰ ਸਵਾਰਨਾ ਉਹਨਾਂ ਦੇ ਹੱਥ ਵਿੱਚ ਹੁੰਦਾ। ਦੇਸ਼ ਨੂੰ ਸਵਾਰ ਵੀ ਸਕਦੀਆਂ, ਵਿਗੜਾ ਵੀ ਸਕਦੀਆਂ, ਕਿਉਂਕਿ ਸੰਕੇਤ ਇਹੀ ਹੈ ਕਿ ਉੱਥੇ ਔਰਤਾਂ ਜੇ ਯੂਨਾਈਟ ਹੋ ਜਾਣ, ਔਰਤਾਂ ਇਕੱਠੀਆਂ ਹੋ ਜਾਣ, ਤੇ ਮਨੀਪੁਰ ਦੇ ਵਿੱਚ ਬਹੁਤ ਕੁਝ ਸ਼ਾਂਤੀ ਬਹਾਲ ਹੋ ਸਕਦੀ ਆ। ਔਰ ਜੇ ਮੋਦੀ ਸਾਹਿਬ ਵੀ ਥੋੜ੍ਹਾ ਬਹੁਤ ਪੈਗਾਮ ਦੇਣ, ਸੰਦੇਸ਼ ਦੇਣ, ਤੇ ਆਪਣੇ ਵਿਦੇਸ਼ ਮੰਤਰੀ ਨੇ, ਔਰ ਵਿਦੇਸ਼ ਮੰਤਰੀ ਸਾਹਿਬ ਇੱਕ ਵਾਰੀ ਹੋ ਵੀ ਆਏ ਉੱਥੋਂ, ਔਰ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਆਏ। ਔਰ ਉਹਦੇ ਵਿੱਚ ਇਹਨਾਂ ਨੇ ਸਰਬ ਪਾਰਟੀ ਮੀਟਿੰਗ ਦੀ ਕਾਲ ਕੀਤੀ ਸੀ, ਉਹ ਅਜੇ ਤੱਕ ਨਹੀਂ ਹੋਈ। ਉਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀ ਕਿ ਉੱਥੇ ਗ੍ਰਹਿ ਮੰਤਰੀ ਸਾਹਿਬ ਨੇ ਜਿਹੜੇ, ਉਹਨਾਂ ਨੂੰ ਚਾਹੀਦਾ ਸੀ ਸਾਰੀਆਂ ਜਿਹੜੇ ਸਾਡੇ ਵਿਰੋਧੀ ਪਾਰਟੀ ਨੇ, ਉਹਨਾਂ ਨੂੰ ਇਕੱਠੀਆਂ ਕਰਕੇ ਇਕੱਠੇ ਹੋ ਜਾਣਾ ਚਾਹੀਦਾ। ਔਰ ਰਾਹੁਲ ਗਾਂਧੀ ਜੀ ਚੱਕਰ ਲਾਏ ਉੱਥੋਂ, ਕਿੰਨੇ ਦਲੇਰੀ ਨਾਲ ਗਏ ਉੱਥੇ, ਘੁੰਮ ਆਏ ਉੱਥੇ, ਜਿੱਥੇ ਜਿੱਥੇ ਉਹਨਾਂ ਨੂੰ ਦੱਸਿਆ ਵੀ ਸੁਰੱਖਿਆ ਬਲ ਚਾਹੀਦੇ, ਇੱਥੇ ਤੁਹਾਨੂੰ ਸਿਕਿਉਰਿਟੀ ਚਾਹੀਦੀ ਹੈ, ਉੱਥੇ ਉਹਨਾਂ ਨੇ ਲਿਆ। ਕਈ ਜਗ੍ਹਾ 'ਤੇ ਹੈਲੀਕਾਪਟਰ ਲੈ ਕੇ ਵੀ ਉੱਥੇ ਪਹੁੰਚੇ, ਲੋਕਾਂ ਨੂੰ ਮਿਲੇ ਆ ਜਿਹੜੇ ਪੀੜਿਤ ਲੋਕ ਨੇ। ਅੱਛੀ ਗੱਲ ਹੈਗੀ ਆ। ਔਰ ਇਹਦੇ ਵਿੱਚ ਕੋਈ ਸਿਆਸੀ ਮੁੱਦਾ ਨਹੀਂ, ਇਹ 'ਚ ਹਮਦਰਦੀ ਹੈ, ਸਿੰਪਥੀ ਹੈ। ਲੋਕਾਂ ਜਿਹੜੇ ਪੀੜਿਤ ਨੇ ਜਾਂ ਜਿਹੜੇ ਮਾਨਸਿਕ ਤੌਰ 'ਤੇ ਘਬਰਾਏ ਨੇ, ਉਹਨਾਂ ਨੂੰ ਹੱਲਾਸ਼ੇਰੀ ਦੇਣ ਦੀ ਕਿ ਤੁਸੀਂ ਬਚ ਗਏ ਜੇ, ਪਿਆਰ ਨਾਲ, ਮੁਹੱਬਤ ਨਾਲ ਰਹੋ, ਇਕੱਠੇ ਹੋ ਜਾਓ, ਯੂਨਾਈਟ ਹੋ ਕੇ ਆਪਣੇ ਪਰਿਵਾਰਾਂ ਨੂੰ ਬਚਾ ਲਓ, ਆਪਣੇ ਘਰ ਪਰਿਵਾਰ ਨੂੰ ਉੱਜੜ ਨਾ ਦਿਓ। ਇਹ ਗੱਲਾਂ ਜਿਹੜੀਆਂ ਹੁੰਦੀਆਂ ਸਿੱਧੀਆਂ ਗੱਲਾਂ ਹੁੰਦੀਆਂ। ਸਿਆਸੀ ਬੰਦਾ ਜਦੋਂ ਕੋਈ ਬੋਲਦੇ ਆ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਹੁੰਦੀਆਂ। ਜੇ ਤੁਹਾਡੇ ਜਿਹੜੇ NGO ਨੇ ਜਾਂ ਜਿਹੜੇ ਧਾਰਮਿਕ ਨੇਤਾ ਨੇ ਜਾਂ ਜਿਹੜੇ ਜਾਂਦੇ ਨੇ, ਉਹ ਜਾ ਕੇ ਚੰਗਾ ਪੈਗਾਮ ਦਿੰਦੇ ਆ। ਤਿੱਬਤ ਦੇ ਜਿਹੜੇ ਦਲਾਈ ਲਾਮਾ ਸਾਹਿਬ ਨੇ, ਵੱਡੇ ਹੈਗੇ, ਉਹ ਜਦੋਂ ਉੱਥੋਂ ਪੈਗਾਮ ਦਿੰਦੇ ਆ, ਲੋਕ ਉਸ ਵੇਲੇ ਮੰਨ ਜਾਂਦੇ ਗਾ। ਧਾਰਮਿਕ ਨੇਤਾ ਨੇ, ਔਰ SGPC ਵੀ ਬੜਾ ਕੰਮ ਕਰਦੀ ਜਾ ਕੇ। ਇਹ ਧਾਰਮਿਕ ਸੰਸਥਾ ਹੈਗੀ, ਜਿੱਥੇ ਜਿੱਥੇ ਜਾਂਦੇ ਆ। ਧਾਰਮਿਕ ਸੰਸਥਾ ਜਿਹੜੀ ਹੈ, ਗੁਰੂ ਦੀ ਓਟ ਨਾਲ ਗੱਲ ਕਰਦੀ ਹੈ, ਲੋਕਾਂ ਦੇ ਜਿਹੜੀ ਆ ਹਮਦਰਦੀ ਨਾਲ ਗੱਲ ਕਰਦੀ ਆ। ਉਹਨਾਂ ਨੂੰ ਜਿਹੜਾ ਹਮਦਰਦੀ ਦੇ ਨਾਲ ਕੁਛ ਦਿੰਦੇ ਵੀ ਆ। ਜਿਹੜੇ ਪੀੜਿਤ ਨੇ, ਉਹ ਸਿਰਫ ਗੱਲਾਂ ਨਹੀਂ ਸੁਣਦੇ, ਉਹਨਾਂ ਨੇ ਢਿੱਡ ਵੀ ਭਰਨਾ, ਕੱਪੜੇ ਵੀ ਪਾਉਣੇ ਆ, ਕਿਉਂਕਿ ਉਜੜੇ ਪਏ ਆ। ਉਹਨਾਂ ਨੂੰ ਇਹ ਚੀਜ਼ਾਂ ਵੀ ਚਾਹੀਦੀਆਂ। ਬੇਸਿਕ ਜਿਹੜਾ ਮੂਲ ਗੱਲ ਹੈਗੀ ਆ, ਉਹ ਹੈਗੀ ਆ। ਗੁਰਬਾਣੀ ਵਿੱਚ ਵੀ ਇਹੀ ਸਾਰਾ ਹੈਗਾ ਕਿ ਉਜੜਿਆਂ ਦੇ ਘਰਾਂ ਨੂੰ ਨਿਵਾਸ ਦੇਣਾ, ਉਹਨਾਂ ਨੂੰ ਬਹਾਉਣਾ, ਉਹਨਾਂ ਨੂੰ ਸਾਰਾ ਕੁਝ ਦੇਣਾ, ਉਹਨਾਂ ਨੂੰ ਤਸੱਲੀ ਦੇਣੀ ਔਰ ਪਿਆਰ ਦੇਣਾ। ਇਹ ਸਾਰਾ ਕੁਝ ਮਨਸ਼ਾ ਹੈ, ਗੁਰਬਾਣੀ ਦੇ ਵਿੱਚ ਵੀ ਹੈ, ਔਰ ਲੋਕਾਂ ਦੇ ਸੋਚ ਵਿੱਚ ਵੀ ਹੈ, ਧਾਰਮਿਕ ਸੰਸਥਾਵਾਂ ਦੇ ਵਿੱਚ ਵੀ ਹੈ। ਪਰ ਜੇ ਸਾਰੇ ਇਕੱਠੇ ਹੋ ਜਾਣਾ, ਆਪਾਂ ਅੱਗੇ ਵੀ ਗੱਲ ਕੀਤੀ ਸੀ, SGPC ਹੈ, ਜਿਹੜੇ ਸੁਖਬੀਰ ਬਾਦਲ ਜੀ ਖੁਦ ਵੀ ਜਾਣ, ਔਰ ਜੋ ਧਾਮੀ ਸਾਹਿਬ ਉਹ ਖੁਦ ਜਾਣ, ਔਰ ਦਲਾਈ ਲਾਮਾ ਸਾਹਿਬ ਉੱਥੋਂ ਜਾਣ, ਔਰ ਤਿੱਬਤ ਦੇ ਲੋਕ ਜਿਹੜੇ ਉਹ ਜਾਣ। ਜਿਹੜੇ ਲੋਕ ਸ਼ਰਨਾਰਥੀ ਨੇ, ਜਿਹੜੇ ਲੋਕ ਮਿਜ਼ੋਰਮ ਵਿੱਚ ਬੈਠੇ ਨੇ,
ਉਹਨਾਂ ਨੂੰ ਸੰਭਾਲਣ ਔਰ ਉਹਨਾਂ ਨੂੰ ਪਿਆਰ ਕਰਨ ਤਾਂ ਕਿ ਫਿਰ ਦੇਸ਼ ਦੁਬਾਰਾ ਵਸ ਜਾਵੇ। ਦੇਖੋ ਇੰਡੀਆ ਫਰੰਟ ਵੀ ਗਿਆ ਹੈ, ਹਾਂ, ਜੋ ਨਵੀਂ ਟੀਮ ਬਣਾਈ ਹੈ ਵਿਰੋਧੀ ਦੀ, ਜੋ ਐਨਡੀਏ ਦੇ ਖਿਲਾਫ ਬਣੀ ਹੈ, ਉਹਨਾਂ ਦਾ ਮੁਕਾਬਲਾ ਕਰਨ ਵਾਸਤੇ। ਖਿਲਾਫ ਦਾ ਮਤਲਬ ਹੈ ਕਿ ਵਰਸਸ ਹੋ ਕੇ ਮੁਕਾਬਲਾ ਹੋਣਾ ਹੈ ਜੀ। ਉਹ ਟੀਮ ਵੀ ਗਈ ਹੈ ਔਰ ਉਹਨਾਂ ਨੇ ਜਾ ਕੇ ਉੱਥੋਂ ਉਹਨਾਂ ਦੇ ਸੰਸਦ ਗਏ ਆ, ਸੰਸਦ ਗਈ ਹੈ ਉਹ ਪੂਰੀ ਟੀਮ, ਔਰ ਉਹਨਾਂ ਨੇ ਜਾ ਕੇ ਗਵਰਨਰ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਹੈ ਔਰ ਬੇਨਤੀ ਵੀ ਕੀਤੀ ਹੈ ਕਿ ਇੱਥੇ ਸ਼ਾਂਤੀ ਕਾਇਮ ਹੋਣੀ ਚਾਹੀਦੀ ਹੈ ਔਰ ਅਸੀਂ ਵੀ ਜਿੱਥੇ ਤੱਕ ਸਾਥ ਦੇ ਸਕਦੇ ਹਾਂ, ਜਿੰਨੀ ਸਾਡੇ ਕੋਲ ਹੈਸੀਅਤ ਹੈਗੀ ਹੈ, ਅਸੀਂ ਜ਼ਰੂਰ ਸਾਥ ਦੇਣਾ ਹੈ। ਔਰ ਇਸੇ ਫਰੰਟ ਨੂੰ ਲੈ ਕੇ ਮੋਦੀ ਸਾਹਿਬ ਕਹਿ ਰਹੇ ਨੇ ਕਿ ਨਾ ਪੱਖੀ ਸਿਆਸਤ ਕਰ ਰਹੀ ਹੈ ਵਿਰੋਧੀ ਧਿਰ, ਤੇ ਮੋਦੀ ਸਾਹਿਬ ਵਿਰੋਧੀ ਧਿਰਾਂ ਤੇ ਤੰਜ਼ ਵੀ ਕੱਸਦੇ ਪਏ ਨੇ। ਅੱਛਾ, ਕਿ ਉਹਨਾਂ ਨੇ ਕਿਹਾ ਕਿ ਨੈਗੇਟਿਵਿਟੀ ਫੈਲਾ ਰਹੇ ਨੇ। ਇਹ ਟੀਮ ਜਿਹੜੀ ਬਣੀ ਹੈ ਇੰਡੀਆ ਟੀਮ, ਇਹਨੂੰ ਬਣਾਉਣ ਦੀ ਲੋੜ ਕਿਉਂ ਪਈ? ਕਿਉਂਕਿ ਜਿੱਥੋਂ ਤੱਕ ਉਹਨਾਂ ਦੀਆਂ ਆਫੀਸ਼ੀਅਲ ਰਿਕਾਰਡਿੰਗਸ ਆ ਰਹੀਆਂ ਨੇ, ਭਾਸ਼ਣ ਆ ਰਹੇ ਨੇ, ਉਹ ਕਹਿ ਰਹੇ ਨੇ ਕਿ ਇਹਨਾਂ ਦੇ ਵਿੱਚ ਭ੍ਰਸ਼ਟਾਚਾਰੀ ਬਹੁਤ ਨੇ, ਉਹ ਸਾਰੇ ਇਕੱਠੇ ਹੋ ਗਏ ਨੇ ਔਰ ਐਨਡੀਏ ਦੇ ਖਿਲਾਫ ਉਹ ਚੁਣੌਤੀ ਦੇ ਰਹੇ ਨੇ। ਵੈਸੇ ਹੁਣ ਦੂਸ਼ਣਬਾਜ਼ੀ ਦੋ ਪਾਸਿਆਂ ਤੋਂ ਲੱਗ ਰਹੀ ਹੈ। ਜਿਹੜੀ ਇੰਡੀਆ ਵਿਰੋਧੀ ਧਿਰ ਦੀ ਪਾਰਟੀ ਬਣ ਚੁੱਕੀ ਆ ਔਰ ਦੂਜੇ ਪਾਸੇ ਐਨਡੀਏ, ਔਰ ਦੋਨਾਂ ਦਾ ਆਪਸੀ ਵੈਸੇ ਫਸਵਾਂ ਮੁਕਾਬਲਾ ਤੇ ਇਹਨਾਂ ਦਾ ਹੀ ਆ। ਔਰ ਮੋਦੀ ਸਾਹਿਬ ਨੇ ਅੱਜ ਕਿਹਾ, ਜਦੋਂ ਇਹਨਾਂ ਨੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕਰਨਾ ਸੀ, ਰੈਨੋਵੇਟ ਕਰ ਰਹੇ ਆ, ਉਹਨਾਂ ਦਾ ਕਾਇਆ ਕਲਪ ਬਦਲ ਰਹੇ ਆ, ਜਿਹਦੇ ਵਿੱਚ 805 ਸਾਡੇ ਦੇਸ਼ ਦੇ ਜਿਹੜੇ ਆ ਪ੍ਰਧਾਨ ਮੰਤਰੀ ਸਟੇਸ਼ਨ ਸੁਵਿਧਾ ਕੇਂਦਰ ਬਣਾ ਰਹੇ ਆ ਔਰ ਜਿਹੜੇ ਬਣੇ ਉਹਨਾਂ ਨੂੰ ਰੈਨੋਵੇਟ ਕਰ ਰਹੇ ਆ। ਉਹਦੇ ਵਿੱਚ 22 ਸਟੇਸ਼ਨ ਪੰਜਾਬ ਦੇ ਆ, ਜਿਹਦੇ ਵਿੱਚ ਜਲੰਧਰ ਵੀ ਹੈਗਾ, ਜਲੰਧਰ ਦਾ ਕੈਂਟ ਕੰਟੋਨਮੈਂਟ ਏਰੀਆ ਹੈਗਾ ਉਹਦੇ 'ਚ, ਔਰ ਮਾਨਸਾ ਵੀ ਆ। ਜਿਹੜੇ ਵੀ ਅੱਛੇ ਸਟੇਸ਼ਨ ਆ ਉਹਨਾਂ 'ਚ ਬੋਲਦਿਆਂ ਇਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਦੁਬਾਰਾ ਇਹ ਨਾ ਪੱਖੀ ਰਵੱਈਆ ਅਖਤਿਆਰ ਕਰ ਰਹੀਆਂ, ਸਾਨੂੰ ਭੰਡ ਰਹੀਆਂ, ਸਾਡੇ 'ਤੇ ਕਈ ਤਰ੍ਹਾਂ ਦੇ ਦੂਸ਼ਣ ਲਾ ਰਹੀਆਂ ਔਰ ਇਹਨਾਂ ਨੂੰ ਇਹ ਨਹੀਂ ਚਾਹੀਦਾ। ਇਹ ਕਹਿੰਦੇ ਉਹ ਨਾ ਇਹ ਆਂਦੇ ਅਸੀਂ ਖੇਡਣਾ ਤੇ ਨਾ ਖੇਡਣ ਦੇਣਾ, ਅਸੀਂ ਗਰਾਊਂਡ ਵਿੱਚ ਟਹਿਲਣਾ, ਅਸੀਂ ਖੇਡਣ ਵੀ ਨਹੀਂ ਦੇਣਾ ਤੇ ਨਾ ਖੇਡਣਾ। ਉਹਨਾਂ ਨੇ ਇਹ ਦੂਸ਼ਣ ਲਾਇਆ ਇਹਨਾਂ 'ਤੇ। ਜਦੋਂ ਕਿ ਖੜਗੇ ਸਾਹਿਬ ਤੇ ਉਹਨਾਂ ਦੂਜਿਆਂ ਨੇ ਕਿਹਾ ਕਿ ਅਸੀਂ ਸਾਰੇ ਲੋਕਾਂ ਦੀ ਸਹੂਲਤਾਂ ਦੀ ਗੱਲ ਕਰਦੇ ਹਾਂ ਔਰ ਜੋ ਇਸ ਵੇਲੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀਗਾ ਸਟੇਸ਼ਨ ਨਵੀਨੀਕਰਨ ਦਾ, ਅਸੀਂ ਉਹਨੂੰ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ। ਉਹਨਾਂ ਵੱਲੋਂ ਤਾਂ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ। ਉਹਦੇ ਇਹ ਦੂਸ਼ਣ ਸਾਡੇ 'ਤੇ ਉਂਝ ਹੀ ਮੜੇ ਜਾਂਦੇ ਆ ਇਲੈਕਸ਼ਨ ਕਰਕੇ, ਆਉਣ ਕਰਕੇ ਲੋਕਾਂ ਨੂੰ ਸਾਡੇ ਤੋਂ ਦੂਰ ਕਰਨ ਲਈ। ਇਹ ਇਸ ਵੇਲੇ ਕੋਈ ਵਾਰੀ ਕਈ ਐਲਾਨ, ਕਈ ਗੱਲਾਂ ਜਿਹੜੀਆਂ ਇਹ ਇਲੈਕਸ਼ਨ ਨਾਲ ਵੀ ਜੋੜ ਦਿੰਦੇ ਆ। ਇਲੈਕਸ਼ਨ ਦਾ ਵੀ ਕਿਉਂਕਿ ਇੱਕ ਵੱਡਾ ਬਹਾਨਾ ਆ ਗਿਆ ਉਹਦੇ ਵਿੱਚ ਵੀ ਹੈਗਾ। ਔਰ ਪ੍ਰਧਾਨ ਮੰਤਰੀ ਸਾਹਿਬ ਜਦੋਂ ਬੋਲਦੇ ਆ ਉਦੋਂ ਇਹੀ ਗੱਲ ਉਹ ਕਰਦੇ ਨੇ ਕਿ ਕਦੀ ਤਾਂ ਉਹ ਕਹਿੰਦੇ ਈਡੀ ਸਾਹਿਬ ਨੂੰ ਕਹਿੰਦੇ ਕਿ ਇਹਨਾਂ ਦੀਆਂ ਜਿਹੜੀਆਂ ਤਬਦੀਸ਼ ਕਰੋ, ਇਹਨਾਂ ਦੀ ਪੜਚੋਲ ਕਰੋ, ਇਹਨਾਂ ਦੀ ਪੜਤਾਲ ਕਰੋ। ਦੂਜੇ ਪਾਸੇ ਉਹ ਕਹਿੰਦੇ ਕਿ ਵਿਰੋਧੀ ਧਿਰਾਂ ਦਾ ਜਿਹੜਾ ਨੈਗੇਟਿਵ ਥਿੰਕਿੰਗ ਆ ਇਹ ਦੂਜੀ ਤਰ੍ਹਾਂ ਨਹੀਂ ਸੋਚਦੀਆਂ, ਜੇ ਪੋਜੀਟਿਵ ਹੋ ਜਾਣਗੀਆਂ ਤਾਂ ਅਸੀਂ ਉਹਨਾਂ ਲਈ ਇਹੀ ਰਵੱਈਆ ਅਖਤਿਆਰ ਕਰਾਂਗੇ। ਔਰ ਜਿਹੜੀ ਸਾਡੀ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਕਹਿਤਾ ਕਿ ਜੇ ਇਹ ਗੱਲ ਹੈਗੀ ਹੈ ਕੇਂਦਰ ਕਿਉਂ ਨਹੀਂ ਕੰਟਰੋਲ ਕਰਦਾ, ਇਹਨੇ ਸੂਬਿਆਂ 'ਤੇ ਇੰਨੀ ਹਲਚਲ ਹੋ ਗਈ ਆ, ਇੰਨੀ ਮਾਰ ਧਾੜ ਹੋ ਗਈ ਆ, ਉਦੋਂ ਫੋਰਸਾਂ ਕਿੱਥੇ ਗਈਆਂ? ਹੁਣ ਡਿਪਲਾਈ ਕਰ ਰਿਹਾ। ਜੇ ਉਦੋਂ ਫੋਰਸਾਂ ਡਿਪਲਾਈਡ ਹੋ ਜਾਂਦੀਆਂ ਉਦੋਂ ਉਹਨਾਂ 'ਚ ਕਮਾਂਡੋ ਆ ਜਾਂਦੇ, ਉਹਦੇ 'ਤੇ ਜਿਹੜੀਆਂ ਵਾਰੀਅਰ ਜ਼ਿਆਦਾ ਲੜਾਕੂ ਜਿਹੜੇ ਫੋਰਸਾਂ ਆ ਜਾਂਦੀਆਂ ਤੇ ਮਜਾਲ ਸੀ ਇਹ ਕੁਛ ਹਿੱਲ ਜਾਂਦੇ। ਦੋ ਤਰ੍ਹਾਂ ਦੇ ਲੋਕਾਂ ਨੂੰ ਕੰਟਰੋਲ ਕੀਤਾ ਜਾਂਦਾ, ਪਿਆਰ ਨਾਲ, ਮੁਹੱਬਤ ਨਾਲ ਔਰ ਸਨੇਹ ਨਾਲ, ਤੇ ਜੇ ਨਹੀਂ ਮੰਨਦੇ ਤਾਂ ਫਿਰ ਡੰਡੇ ਨਾਲ। ਦੂਜਾ ਫਿਰ ਅਖਤਿਆਰ ਹੁੰਦਾ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਜੇ ਡੰਡਾ ਹੈਗਾ ਤੇ ਬੰਦੇ ਉਸ ਵੇਲੇ ਮੁੜ ਆਉਂਦੇ ਆ। ਜਿਹਨੂੰ ਕਹੇ ਯਾਰ ਮੁੰਡਿਆ ਤੂੰ ਐਨੂੰ ਮੁੜਿਆ, ਇੱਧਰ ਰਾਹ 'ਚ ਖੂਹ ਹੈਗਾ, ਤੂੰ ਡਿੱਗ ਪਏਗਾ, ਤੂੰ ਇਹ 'ਚ ਬਰਬਾਦ ਹੋ ਜਾਏਗਾ, ਉਹ ਨਹੀਂ ਮੁੜਦਾ। ਫਿਰ ਉਹ ਆਂਦਾ ਉਹਦੇ ਅਗਲਵਾਂਢੀ ਹੋ ਕੇ ਜਦੋਂ ਦੋ ਡੰਡੇ ਉਹਦੇ ਲੱਤਾਂ 'ਤੇ ਮਾਰਦਾ ਭੱਜ ਕੇ ਵਾਪਸ ਆ ਜਾਂਦਾ। ਇਹ ਚੀਜ਼ ਵੀ ਹੈਗੀ ਮਨੁੱਖ ਨੂੰ ਰੋਕਣ ਲਈ। ਮਨੁੱਖ ਦੀ ਸੋਚ ਜਦੋਂ ਓਵਰ ਪਾਵਰ ਹੋ ਜਾਂਦੀ ਹੈ, ਜਦੋਂ ਨਹੀਂ ਕਿਸੇ ਦੀ ਮੰਨਦਾ, ਮਨਮਾਨੀਆਂ ਕਰਦਾ, ਫਿਰ ਡੰਡਾ ਪੀ ਰਹੇਗਾ। ਔਰ ਇਸੇ ਤਰ੍ਹਾਂ ਫੋਰਸਾਂ ਇਸੇ ਗੱਲ ਲਈ ਬਣਾਈਆਂ ਗਈਆਂ, ਪੁਲਿਸ ਇਸੇ ਕਰਕੇ ਬਣਾਈ ਗਈ ਹੈ। ਇੰਟਰਨਲ ਤੇ ਐਕਸਟਰਨਲ। ਜੇ ਐਕਸਟਰਨਲ ਹੁੰਦੀ ਹੈ ਜਦੋਂ ਫੌਜੀ ਬਾਹਰਲੇ ਸਰਹੱਦਾਂ 'ਤੇ ਆ ਕੇ ਲੜਦੇ ਆ, ਤੇ ਫਿਰ ਇੱਧਰੋਂ ਵੀ ਜਦੋਂ ਉਹਨਾਂ ਨੂੰ ਇੱਟ ਨੂੰ ਪੱਥਰ ਦਾ ਜਵਾਬ ਦਿੱਤਾ ਜਾਂਦਾ, ਜਦੋਂ ਪੱਥਰ ਵੱਜਦਾ ਉਹਨਾਂ ਦੇ ਸਿਰ 'ਚ, ਫਿਰ ਪਤਾ ਲੱਗਦਾ। ਉਹਨੂੰ ਕਹਿੰਦੇ ਵੀ ਉਹਨਾਂ ਦੇ ਦੰਦ ਖੱਟੇ ਕਰ ਦਿੱਤੇ, ਭਜਾ ਦਿੱਤੇ ਉਹਨਾਂ ਨੂੰ ਜਿਹੜੇ ਆ ਚੰਗੀ ਤਰ੍ਹਾਂ ਅਸੀਂ ਦੱਸਤਾ ਕਿ ਅਸੀਂ ਵੀ ਇੱਥੇ ਟੱਕਰ ਲੈ ਸਕਦੇ ਹਾਂ। ਇਹ ਉਦੋਂ ਸਾਰਾ ਕੁਝ ਹੁੰਦਾ। ਬਿਲਕੁਲ ਹੁੰਦਾ, ਪਰ ਜੋ ਮੋਦੀ ਸਾਹਿਬ ਕਹਿ ਰਹੇ ਨੇ ਕਿ ਇਹ ਨਾ ਪੱਖੀ ਰਵੱਈਆ ਹੈ ਇਹਨਾਂ ਦਾ ਔਰ ਇਹ ਸਾਰੇ ਨੈਗੇਟਿਵਿਟੀ ਫੈਲਾ ਰਹੇ ਨੇ, ਇਹਦਾ ਪਤਾ ਨਹੀਂ ਹੁਣ ਕੀ ਆਧਾਰ ਹੈ। ਕਿਉਂਕਿ ਇਹ ਜਿੱਦਾਂ ਅਸੀਂ ਦੇਖਦੇ ਹਾਂ ਕਿ 2024 ਦੀਆਂ ਇਲੈਕਸ਼ਨ ਸਾਹਮਣੇ ਆ ਰਹੀਆਂ ਨੇ ਔਰ ਇਹ ਸਾਰੇ ਵਿਰੋਧੀ ਧਿਰ ਇਕੱਠੇ ਹੋ ਗਏ ਨੇ। ਕਿਤੇ ਨਾ ਕਿਤੇ ਇਹ ਮਤਲਬ ਪ੍ਰੈਸ਼ਰ ਵਾਲੀ ਗੱਲ ਹੈ ਕਿ ਐਨਡੀਏ ਦੇ ਉੱਤੇ ਪ੍ਰੈਸ਼ਰ ਵੀ ਹੈ, ਤਣਾਅ ਵੀ ਹੈ। ਸਹੀ ਗੱਲ। ਔਰ ਮੋਦੀ ਸਾਹਿਬ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਪਏ ਨੇ ਕਿ 2024 ਦੀਆਂ ਇਲੈਕਸ਼ਨਸ ਜੇ ਕਿਤੇ ਹਾਰ ਗਏ ਤਾਂ ਫਿਰ ਕੀ ਹੋਣਾ। ਇਹ ਚੀਜ਼ਾਂ ਵੀ ਦਿਮਾਗ 'ਚ ਜ਼ਰੂਰ ਆਉਂਦੀਆਂ ਹੋਣਗੀਆਂ, ਕਿਉਂਕਿ ਵਿਰੋਧੀ ਧਿਰ ਜਿਸ ਤਰ੍ਹਾਂ ਮਜ਼ਬੂਤ ਹੋ ਕੇ ਖੜੀ ਹੈ
ਔਰ ਇਹ ਸਭ ਗੱਲਾਂ ਸਾਹਮਣੇ ਆ ਰਹੀਆਂ ਨੇ। ਉਹਨਾਂ ਵੱਲੋਂ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਸੋ ਹੁਣ ਜਿਹੜਾ ਖਾਸ ਕਰਕੇ ਆਰਡੀਨੈਂਸ ਦੀ ਗੱਲ ਆਪਾਂ ਕੀਤੀ ਹੈ, ਕੱਲ ਵੀ ਕੀਤੀ ਸੀ, ਆਰਡੀਨੈਂਸ ਦਿੱਲੀ ਵਾਲਾ, ਔਰ ਉਹਦੇ ਵਿੱਚ ਸਾਰੀ ਵਿਰੋਧੀ ਧਿਰ ਇਕੱਠੀ ਆ ਕਿ ਇਹ ਜਿਹੜਾ ਆਰਡੀਨੈਂਸ ਹੈ ਇਹਦੇ ਖਿਲਾਫ ਅਸੀਂ ਇਕੱਠੇ ਹਾਂ। ਹਾਲਾਂਕਿ ਪੰਜਾਬ ਦੀ ਜਿਹੜੀ ਸੂਬਾ ਕਾਂਗਰਸ ਹੈ ਉਹਦੇ ਵੱਲੋਂ ਨਾ ਪੱਖੀ ਰਵੱਈਆ, ਉਹ ਆਪਣੀ ਹਾਈ ਕਮਾਂਡ ਦੇ ਵਿਰੁੱਧ ਹੈ ਥੋੜੀ, ਕਿ ਇਹ ਅਸੀਂ ਠੀਕ ਨਹੀਂ ਕਰ ਰਹੇ, ਕਿ ਅਸੀਂ ਸਾਥ ਦੇ ਰਹੇ ਹਾਂ। ਪਰ ਇਹ ਪਤਾ ਨਹੀਂ ਕਿੰਨਾ ਗਰਾਊਂਡਸ 'ਤੇ ਕਰ ਰਹੇ ਨੇ। ਪਰ ਖੜਕੇ ਸਾਹਿਬ ਜੋ ਕਹਿ ਰਹੇ ਨੇ ਕਿ ਆਉਣ ਵਾਲੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਸਾਨੂੰ ਇਸ ਆਰਡੀਨੈਂਸ ਦੇ ਵਿਰੋਧ ਵਿੱਚ ਖੜੇ ਹੋਣਾ ਚਾਹੀਦਾ, ਕਿਉਂਕਿ ਜੇ ਇਹ ਐਕਸਪੈਰੀਮੈਂਟ ਹੋ ਗਿਆ ਇੱਥੇ ਦਿੱਲੀ ਦੇ ਵਿੱਚ ਤੇ ਹੋ ਸਕਦਾ ਬਾਕੀ ਥਾਂ 'ਤੇ ਹੋਵੇ। ਆਪਾਂ ਆਲਰੇਡੀ ਇਸ ਬਾਰੇ ਗੱਲ ਕਰ ਚੁੱਕੇ ਹਾਂ। ਪਰ ਜੋ ਸਿੱਧੀ ਸਾਦੀ ਗੱਲ ਉਹ ਇਹ ਹੈ ਕਿ ਜਿਹੜੀ ਇਹ ਵਿਰੋਧੀ ਧਿਰ ਇੰਡੀਆ ਫਰੰਟ ਬਣਿਆ ਹੈ, ਇਹ ਵਾਕਈ ਹੀ ਐਨਡੀਏ ਦੇ ਵਾਸਤੇ ਇੱਕ ਚੁਣੌਤੀ ਹੈ, ਔਰ ਐਨਡੀਏ ਇਸ ਵਕਤ ਅੰਡਰ ਪ੍ਰੈਸ਼ਰ ਪਰਫਾਰਮ ਕਰ ਰਿਹਾ ਹੈ। ਇਸ ਕਰਕੇ ਸਾਰੀਆਂ ਗੱਲਾਂ ਕਰਕੇ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਨਾ ਕਿ ਨਾ ਪੱਖੀ ਰਵੱਈਆ ਕਰ ਰਹੇ, ਕਿਉਂਕਿ ਯੂਨਾਈਟ ਹੋ ਗਿਆ, ਇੱਕ ਜੁੱਟ ਹੋ ਗਿਆ। ਔਰ ਜਦੋਂ ਇੱਕ ਜੁੱਟ ਹੋ ਜਾਣ ਦੀ ਗੱਲ ਹੋਣੀ ਆ, ਔਰ ਉਹਦੇ ਵਿੱਚ ਉਹਨਾਂ ਨੇ ਹੁਣ ਆਪਣਾ ਪ੍ਰਧਾਨ ਮੰਤਰੀ ਜਿਹੜਾ ਕੰਮ ਹੈਗਾ ਉਹੀ ਚੁਣਨਾ, ਹੋਰ ਤਾਂ ਕੋਈ ਰਹੀ ਨਹੀਂ ਗੱਲ ਉਹਨਾਂ 'ਚ। ਔਰ ਉਹਦੇ ਵਿੱਚ ਨਾ ਕੋਈ ਹੱਥੋਂ-ਪਾਈ ਹੋਣ, ਉਹਦੇ ਵਿੱਚ ਕੋਈ ਰੌਲਾ ਨਾ ਪਵੇ। ਵੈਸੇ ਤਾਂ ਉਹਨਾਂ ਦਾ ਇਹ ਜਜ਼ਬਾ, ਉਹਨਾਂ ਦਾ ਜਿਹੜਾ ਜੋ ਕੁਝ ਉਹਨਾਂ ਦੀ ਸੂਝ ਹੈ, ਉਹਨੂੰ ਤਾਂ ਸਾਰੇ ਲੋਕ ਸਲਾਮ ਕਰ ਰਹੇ ਕਿ ਇਕੱਠੇ ਹੋ ਗਏ। ਇਕੱਲੇ ਜਿਹੜੇ ਉਹ ਲੱਕੜੀਆਂ ਦੀ ਗੁੱਠਾ ਜਿਹੜਾ ਬੰਨ੍ਹ ਕੇ ਕਰਦੇ ਆ ਨਾ, ਕਿ ਉਹਨੂੰ ਤੋੜਨਾ ਔਖਾ ਹੁੰਦਾ, ਔਰ ਇਕੱਲੇ ਨੂੰ ਜਦੋਂ ਮਰਜ਼ੀ ਟੁੱਟ ਜਾਂਦਾ। ਜਦੋਂ ਆਪਾਂ ਛੋਟੇ ਹੁੰਦੇ ਪੜ੍ਹਦੇ ਰਹੇ ਹਾਂ, ਉਹੀ ਹੈ ਨਾ, ਕਿਸਾਨ ਨੇ ਬੁਲਾ ਕੇ ਕਿਹਾ ਸੀਗਾ ਕਿ ਇੱਕ ਲੱਕੜੀ ਦੇਤੀ 5 ਮੁੰਡਿਆਂ ਨੂੰ, ਤੋੜੋ। ਨਹੀਂ, ਉਹਨਾਂ ਨੇ 1 ਮਿੰਟ 'ਚ ਤੋੜ ਦਿੱਤੀ। ਜਦੋਂ ਉਹਨਾਂ ਨੇ ਗੁੱਠਾ ਬੰਨ੍ਹ ਕੇ ਦਿੱਤਾ, ਗੰਢ ਬੰਨ੍ਹ ਕੇ ਦੇਤੀ, ਕਹਿੰਦਾ ਹੁਣ ਤੋੜੋ। ਆਉਂਦੇ ਨਹੀਂ ਪਾਪਾ ਟੁੱਟਦੀ ਜਾਂਦਾ। ਪਰ ਠੀਕ ਹੈ, ਤੁਸੀਂ ਇਕੱਠੇ ਰਹੋਗੇ ਤਾਂ ਨਹੀਂ ਟੁੱਟੋਗੇ, ਜੇ ਵੱਖਰੇ ਹੋ ਗਏ ਤੇ ਤੁਹਾਨੂੰ ਤੋੜਨ ਵਾਲੇ ਅਨੇਕਾਂ ਆ ਜਾਣਗੇ। ਸੋ ਇਹ ਚੀਜ਼ਾਂ ਤਾਂ ਆਪਾਂ ਦੇਖੀਆਂ ਨੇ। ਪਰ ਜੋ ਵੀ ਹੈ, ਪ੍ਰਮੁੱਖਤਾ ਹੋਣੀ ਚਾਹੀਦੀ ਹੈ ਦੇਸ਼, ਪ੍ਰਮੁੱਖਤਾ ਹੋਣੀ ਚਾਹੀਦੀ ਹੈ ਦੇਸ਼ ਦੇ ਲੋਕ, ਤਾਂ ਕਿ ਉਹਨਾਂ ਦਾ ਜੀਵਨ ਸੁਖਾਲਾ ਹੋਵੇ। ਇਹ ਰਾਜਨੀਤੀ ਦੇ ਖੇਡ ਤਾਂ ਚੱਲਦੇ ਹੀ ਰਹਿਣੇ ਨੇ ਜ਼ਰੂਰ। ਔਰ ਅੱਗੇ ਆਪਾਂ ਚੱਲੀਏ, ਖੇਡਾਂ ਦੇ ਵਿੱਚ ਇੱਕ ਹੋਰ ਖੇਡ ਨਿਕਲੀ ਕਿ ਵਿਰੋਧੀ ਪਾਰਟੀਆਂ, ਜਿਹੜਾ ਇੰਡੀਆ ਫਰੰਟ ਹੈ, ਉਹ 31 ਅਗਸਤ ਤੋਂ 2 ਦਿਨਾਂ ਉਹਨਾਂ ਦਾ ਮੀਟਿੰਗ ਦਾ ਦੌਰ ਚੱਲਣਾ ਹੈ ਮੁੰਬਈ ਦੇ ਵਿੱਚ। ਅਤੇ ਉੱਧਰ ਸ਼ਿਵ ਸੈਨਾ ਦੇ ਜਿਹੜੇ ਮੁਖੀ ਨੇ ਉद्धਵ ਠਾਕਰੇ, ਉਹਨਾਂ ਵੱਲੋਂ ਵੀ ਖਾਸ ਰੋਲ ਅਦਾ ਕੀਤਾ ਜਾਣਾ, ਕਿਉਂਕਿ ਉਹ ਵੀ ਕਾਫੀ ਭੜਕੇ ਹੋਏ ਨੇ। ਉੱਥੇ ਵੀ ਸਰਕਾਰ ਸੁੱਟ ਦਿੱਤੀ ਗਈ ਸੀ ਉਹਨਾਂ ਦੀ ਬੀਜੇਪੀ ਵੱਲੋਂ। ਇਹ ਚੀਜ਼ਾਂ ਸਾਹਮਣੇ ਆਈਆਂ ਸੀ ਕਿ ਕੁਝ ਖਰੀਦੋ ਫਰੋਖਤ ਹੋਈ ਹੈ, ਜਿੱਦਾਂ ਵੀ ਸਾਨੂੰ ਨਿਊਜ਼ ਮਿਲਦੀ ਹੈ ਐਕਸਪਰਟਸ ਵੱਲੋਂ ਕਿ ਕੋਈ ਖਰੀਦੋ ਫਰੋਖਤ ਹੋਈ, ਅਤੇ ਮੁੰਬਈ ਦੇ ਵਿੱਚ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਸੀ ਉਹ ਸਿੱਟ ਦਿੱਤੀ ਗਈ। ਸੋ ਉद्धਵ ਠਾਕਰੇ ਵੀ ਗੁੱਸੇ 'ਚ ਹੈਗੇ ਨੇ। ਉਹ ਤਾਂ ਸਮਝ ਆਉਂਦੀ ਆ ਕਿ ਚੰਗੀ ਭਲੀ ਸਰਕਾਰ ਸੁੱਟ ਦਿੱਤੀ ਜਾਵੇ ਤੇ ਗੁੱਸਾ ਤਾਂ ਆਉਣਾ ਜਾਇਜ਼ ਹੈ। ਔਰ ਸ਼ਿਵ ਸੈਨਾ ਦੇ ਮੁਖੀ ਉੱਧਰੋਂ ਉਹ ਵੀ ਆਪਣੀ ਰੋਲ ਪਰਫਾਰਮ ਕਰਨ ਵਾਸਤੇ ਤਿਆਰ ਨੇ। ਅਤੇ 31 ਅਗਸਤ ਤੋਂ ਮੀਟਿੰਗ ਸ਼ੁਰੂ ਹੋ ਰਹੀ ਹੈ ਮੁੰਬਈ ਦੇ ਵਿੱਚ। ਹਾਂ, ਜਿਹੜੀ ਪਿਛਲੇ ਦਿਨੀ ਬੰਗਲੁਰੂ ਵਿੱਚ ਗੱਠਜੋੜ ਇਹਨਾਂ ਦਾ ਇਕੱਠਾ ਹੋ ਕੇ ਇੰਡੀਆ ਨਾਂ ਦੀ ਪਾਰਟੀ ਦਾ ਨਾਮ ਬਣਾ ਦਿੱਤਾ ਇਹਨਾਂ ਨੇ। ਇੰਡੀਆ ਉਹਨਾਂ ਦਾ ਗੱਠਜੋੜ ਬਣ ਗਿਆ ਔਰ ਨੈਸ਼ਨਲ ਪਾਰਟੀ ਬਣਾ ਦਿੱਤੀ ਇਕੱਠੇ ਹੋ ਕੇ। ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਦੂਸਰੀ ਜਿਹੜਾ ਸਾਡੀ ਮੀਟਿੰਗ ਹੋਊਗੀ ਉਹ ਮਹਾਰਾਸ਼ਟਰ ਵਿੱਚ ਬੰਬਈ ਵਿੱਚ ਹੋਊਗੀ, ਔਰ ਉਹਦੀ ਕੋਈ ਤਰੀਕ ਨਹੀਂ ਸੀ ਮਿਤੀ। ਹੁਣ ਤਰੀਕ ਆ ਗਈ ਉਹਦੀ 31 ਅਗਸਤ ਅਤੇ ਦੂਜਾ ਸਤੰਬਰ ਪਹਿਲਾ, ਔਰ 2 ਦਿਨ ਦਾ 2 ਰੋਜ਼ਾ ਹੈਗਾ ਉੱਥੇ ਮੀਟਿੰਗ, ਬਹੁਤ ਵੱਡੀ ਨੈਸ਼ਨਲ ਲੈਵਲ ਦੀ। ਔਰ ਉਹਦੇ ਵਿੱਚ ਸਾਰੇ ਪ੍ਰਮੁੱਖ ਨੇਤਾ ਪਹੁੰਚ ਰਹੇ ਆ, ਜੋ ਬੰਗਲੁਰੂ ਵਿੱਚ ਆਏ ਸੀ ਉਹਦੇ ਤੋਂ ਵੀ ਵੱਧ ਆ ਰਹੇ, ਕਿਉਂਕਿ ਹੁਣ ਯੂਨਾਈਟ ਹੋ ਗਏ। ਔਰ ਉਹਦੇ ਵਿੱਚ ਮੇਜ਼ਬਾਨੀ ਜਿਹੜਾ ਉद्धਵ ਠਾਕਰੇ ਸ਼ਿਵ ਸੈਨਾ ਕਰ ਰਹੀ ਹੈ ਇਹਨਾਂ ਨੂੰ, ਉਹਨਾਂ ਦਾ ਵੈਲਕਮ ਉਹ ਕਰ ਰਹੇ ਆ। ਉਹਨਾਂ ਨੂੰ ਉੱਥੇ ਖਾਣ ਪੀਣ ਲਈ, ਰਹਿਣ ਲਈ, ਬਹਿਣ ਲਈ ਸਾਰਾ ਖਰਚਾ ਉਹਨਾਂ ਵੱਲੋਂ ਹੋ ਰਿਹਾ। ਔਰ ਉਹਨਾਂ ਨੇ ਉद्धਵ ਠਾਕਰੇ ਜੀ ਨੇ ਕਹਿਤਾ ਕਿ ਇਹਦੇ ਵਿੱਚ ਅਸੀਂ ਜੋ ਕੁਝ ਬਣਤਰ ਬਣਾਵਾਂਗੇ, ਜੋ ਕੁਝ ਕਰਨਾ ਉਹਦੇ ਵਿੱਚ ਮਿਲ ਕੇ ਬੈਠ ਕੇ ਉਹਦੇ ਵਿੱਚ ਸੋਚਿਆ ਜਾਊਗਾ, ਕਿਉਂਕਿ ਇਲੈਕਸ਼ਨ ਸਿਰ 'ਤੇ ਆ ਗਈ ਹੈ। ਮਈ ਦੇ ਵਿੱਚ ਜਿਹੜੀ ਸਰਕਾਰ ਮੌਜੂਦਾ ਹੈ ਬਰਖਾਸਤ ਹੋ ਜਾਣੀ ਆ। ਉਦੋਂ ਬਾਅਦ ਇਲੈਕਸ਼ਨ ਦਾ ਵੀ ਜਿਹੜਾ ਚੋਣ ਕਮਿਸ਼ਨ ਸਾਹਿਬ ਨੇ, ਉਹਨਾਂ ਨੇ ਇਲੈਕਸ਼ਨ ਦੀ ਡੇਟਾਂ ਵੀ ਦੇ ਦੇਣੀਆਂ, ਔਰ ਉਹਦੇ ਵਿੱਚ ਚੋਣ ਮੁਹਿੰਮ ਸ਼ੁਰੂ ਹੋ ਜਾਣੀ ਆ। ਉਸ ਕੰਪੇਨ ਤੋਂ ਪਹਿਲਾਂ ਇਹਨਾਂ ਨੇ ਆਪਣਾ ਸਾਰਾ ਖੇਤਰ ਤੈਅ ਕਰ ਲੈਣਾ ਕਿ ਕਿੱਥੇ ਕਿੱਥੇ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਹੈ, ਕਿੱਥੇ ਕਿੱਥੇ ਜਾਣਾ ਚਾਹੀਦਾ। ਉਹ ਸਾਰੇ ਨੁਮਾਇੰਦੇ ਚੁਣ ਲਏ ਜਾਣਗੇ। ਔਰ ਅੰਦਰ ਖਾਤੇ ਇਹਨਾਂ ਨੇ ਕਿਹਾ ਕਿ ਜੇ ਅਸੀਂ ਜਿਹੜਾ ਵੁੱਡ ਵੀ ਸਾਡਾ ਹੋਏਗਾ PM ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹਦਾ ਨਾਂ ਅਸੀਂ ਐਲਾਨ ਨਹੀਂ ਕਰਾਂਗੇ, ਪਰ ਉਹਦੇ ਵਿੱਚ ਕਿਹੜਾ ਆ ਸਕਦਾ ਉਹਦਾ ਅਜੇ ਗੁਨਾਹ ਨਹੀਂ ਪਿਆ ਜਾਊਗਾ। ਪਰ ਜਿਹੜੇ ਸਾਡੇ ਸੂਝਵਾਨ ਲੋਕ ਨੇ ਉਹ ਕਹਿ ਰਹੇ ਨੇ ਕਿ ਸਭ ਤੋਂ ਪਹਿਲਾਂ ਤਾਂ ਰਾਹੁਲ ਗਾਂਧੀ ਦਾ ਨਾਂ ਆਊਗਾ, ਦੂਜਾ ਨਿਤਿਸ਼ ਕੁਮਾਰ ਜੀ ਆਉਣਗੇ, ਤੀਜਾ ਮਮਤਾ ਬੈਨਰਜੀ ਆਉਣਗੇ। 3 ਪ੍ਰਮੁੱਖ ਨੇਤਾ ਹੈਗੇ ਆ। ਖੜਕੇ ਸਾਹਿਬ ਇਹਨਾਂ ਦੇ ਪ੍ਰਧਾਨ ਬਣਾਉਂਦੇ ਸੀ। ਔਰ ਰਾਹੁਲ ਗਾਂਧੀ ਜੀ ਇਸੇ ਕਰਕੇ ਪ੍ਰੈਜ਼ੀਡੈਂਟ ਨਹੀਂ ਬਣੇ ਕਾਂਗਰਸ ਦੇ। ਉਹਨਾਂ ਨੂੰ ਪਤਾ ਸੀ ਕਿ ਮੇਰਾ ਤਾਂ ਗੁਨਾਹ ਇਹਦੇ 'ਤੇ ਹੀ ਪੈਣਾਗਾ, ਮੈਂ ਇੱਧਰ ਨਾ ਜਾਵਾਂ। ਔਰ ਪ੍ਰਧਾਨ ਤਾਂ ਅੱਗੇ ਪ੍ਰਧਾਨਗੀ ਕਰ ਵੀ ਚੁੱਕੇ ਆ ਔਰ ਰਹੇ ਵੀ ਹੈਗੇ। ਸੋਨੀਆ ਗਾਂਧੀ ਵੀ ਪ੍ਰਧਾਨ ਰਹੇ, ਕਨਵੀਨਰ ਉਹ ਨੇ ਸੋਨੀਆ ਗਾਂਧੀ ਜੀ। ਇਸ ਕਰਕੇ ਇਹਨਾਂ ਨੇ ਕਹਿਤਾ ਕਿ ਸਾਰੇ ਅਸੀਂ ਇਸ ਇਕੱਠੇ ਹੋਵਾਂਗੇ। ਔਰ ਜਿਹੜਾ ਐਤਕੀ ਲੋਕਾਂ ਨੂੰ, ਇਹਨਾਂ ਨੂੰ, ਕਾਂਗਰਸ ਨੂੰ ਹਾਂ ਦਾ ਹੁੰਗਾਰਾ ਮਿਲ ਰਿਹਾ, ਰਾਹੁਲ ਗਾਂਧੀ ਦੇ ਨਾਂ 'ਤੇ ਮਿਲ ਰਿਹਾ। ਔਰ ਵੇਖਦੇ ਹਾਂ ਕਿ ਇਹਦੇ ਵਿੱਚ ਕੀ ਕਰਦੇ ਆ ਲੋਕ, ਕੀ ਕਰਦੇ ਆ ਪਾਰਟੀ, ਕੀ ਕਰਦੀ ਹੈ NDA, ਕੀ ਕਰਦੀ ਆ, ਔਰ ਐਗਜ਼ਿਟ ਪੋਲ ਕੀ ਕਰਦਾ। ਔਰ ਇਹਦੇ ਵਿੱਚ ਆਉਣ ਵਾਲੀ ਮਈ ਤੋਂ ਬਾਅਦ
ਇਹ ਸਾਰੇ ਦਾ ਸਾਰਾ ਹੀ ਕਿੱਸਾ ਸਾਹਮਣੇ ਆ ਜਾਣਾ ਵੀ ਕਿਹੜਾ ਸਾਡਾ ਪ੍ਰਧਾਨ ਮੰਤਰੀ ਹੋ ਰਿਹਾ। ਔਰ ਮੋਦੀ ਸਾਹਿਬ ਤੇ 2 ਵਾਰੀ 2 ਟਰਮਸ ਤੱਕ ਦੇਸ਼ ਦੇ ਉੱਚੇ ਰੁਤਬੇ ਤੇ ਬੈਠ ਚੁੱਕੇ ਆ ਔਰ ਉਹਨਾਂ ਨੇ ਜੋ ਕੁਝ ਕੀਤਾ ਹੈਗਾ ਲੋਕਾਂ ਦੇ ਸਾਹਮਣੇ ਹੈਗਾ ਹੀ ਆ। ਔਰ ਉਹਨਾਂ ਦਾ ਬੋਲਣਾ, ਉਹਨਾਂ ਦਾ ਕਹਿਣਾ, ਦੇਸ਼ ਵਿਦੇਸ਼ੀ ਦੌਰੇ ਔਰ ਵਾਰ-ਵਾਰ ਅਮਰੀਕਾ ਵੀ ਜਾਣਾ, ਲੋਕ ਉਹਨਾਂ ਨਾਲ ਬਾਈਡਨ ਸਾਹਿਬ ਨਾਲ ਮਿਲਣਾ ਵੀ ਇੱਕ ਇਤਿਹਾਸ ਦੀ ਵੱਡੀ ਸਿਰਜਣਾ ਹੈਗੀ ਆ। ਔਰ ਇਸੇ ਤਰ੍ਹਾਂ ਹੀ ਆਉਣ ਵਾਲੀ ਜਿਹੜੀ ਪਾਰਟੀ ਉਹ ਕੀ ਕਰਦੀ ਹੈਗੀ ਆ, ਇਹ ਇਸ ਵੇਲੇ ਬਾਗਡੋਰ ਤਾਂ ਐਨਡੀਏ ਦੇ ਹੱਥ ਵਿੱਚ। ਐਨਡੀਏ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਰਹਿ ਗਿਆ ਸਮਾਂ, ਇਹਦੇ ਵਿੱਚ ਕੀ ਸਹੂਲਤਾਂ ਦਿੰਦੇ ਆ, ਲੋਕ ਉਡੀਕ ਰਹੇ ਇਹਨਾਂ ਦੇ ਕੰਮ ਨੂੰ। ਔਰ ਉਹ ਜੋ ਰਿਓੜੀ ਕਲਚਰ ਦੀ ਗੱਲ ਇਹਨਾਂ ਨੇ ਕੀਤੀ ਸੀ ਪ੍ਰਧਾਨ ਮੰਤਰੀ ਸਾਹਿਬ ਨੇ, ਉਹਦੇ ਤੇ ਪੂਰਾ ਉਤਰਦੇ ਆ ਜਾਂ ਕੀ ਕਰਦੇ ਆ, ਇਹ ਵੇਖਿਆ ਜਾਊਗਾ ਉਹਨਾਂ ਦੀ ਸਿਆਸਤ ਦਾ ਦੌਰ ਦੇ ਵਿੱਚ। ਬਿਲਕੁਲ, ਪਰ ਸਵਾਲ ਫਿਰ ਉੱਥੇ ਹੀ ਹੈ ਕਿ ਆਮ ਲੋਕਾਂ ਦੇ ਪੱਲੇ ਕੀ ਪੈ ਰਿਹਾ ਹੈ, ਆਮ ਲੋਕਾਂ ਨੂੰ ਕੀ ਮਿਲਦਾ ਪਿਆ ਹੈ, ਕਿਉਂਕਿ ਇਹ ਤਾਂ ਖੇਡਾਂ ਤਮਾਸ਼ੇ ਨੇ, ਪੋਲੀਟੀਕਲ ਗੇਮਸ ਨੇ, ਪਰ ਆਮ ਲੋਕਾਂ ਦੀ ਆਪਣੀ ਜ਼ਿੰਦਗੀ ਹੈ, ਉਹਨਾਂ ਨੂੰ ਕਿਹੜੀ ਸਹੂਲੀਅਤ ਉਹਨਾਂ ਕੁਰਸੀ ਤੇ ਲੈਣੀ ਨਹੀਂ, ਕਿਉਂਕਿ ਉਹਨਾਂ ਤਖਤ ਤੇ ਬਹਿਣਾ ਨਹੀਂ। ਉਹਨਾਂ ਨੂੰ ਤਾਂ ਚਾਹੀਦਾ ਡਿਵੈਲਪਮੈਂਟ, ਲੋਕਾਂ ਦੀਆਂ ਜਿਹੜੀ ਹੈ ਲੋਕਾਂ ਦੀ ਰਹਿਣ ਸਹਿਣ, ਰੋਜ਼ੀ ਰੋਟੀ ਆ ਚਾਹੀਦੀ, ਪਰਿਵਾਰਾਂ ਵਾਸਤੇ ਸੁੱਖ ਚਾਹੀਦਾ, ਬੱਚਿਆਂ ਵਾਸਤੇ ਸਿੱਖਿਆ ਚਾਹੀਦੀ ਹੈ, ਸਿਹਤ ਸੁਵਿਧਾਵਾਂ ਚਾਹੀਦੀਆਂ ਨੇ। ਲੋਕਾਂ ਦੀ ਜ਼ਰੂਰਤ ਹੋਈ ਹੈ 2 ਵਕਤ ਦੀ ਰੋਟੀ। ਬਿਲਕੁਲ ਠੀਕ ਹੈ ਨਾ। ਬਾਕੀ ਇਹ ਕਿੱਸੇ ਕਹਾਣੀਆਂ ਨੇ ਰਾਜਨੀਤੀ ਦੀਆਂ, ਇਹ ਚੱਲਦੇ ਰਹਿੰਦੇ ਨੇ। ਇਹ ਤਾਂ ਚੱਲਣੀ 5 ਸਾਲ ਬਾਅਦ ਆਉਣਾ ਹੀ ਹੋਣਾ, ਇਹਦਾ ਪਤਾ ਹੀ ਕਿ 5 ਸਾਲ ਤੋਂ ਬਾਅਦ ਸਰਕਾਰ ਬਦਲਣੀ ਹੈ। ਸੋ ਪੰਜਾਬ ਦੇ ਵਿੱਚ ਆਏ ਸੰਕਟ ਦਾ ਕੀ ਹੱਲ ਹੈ? ਇਹ ਤਾਂ ਸੰਕਟਾਂ ਦੀ ਭੂਮੀ ਬਣੀ ਹੋਈ ਹੈ ਪੰਜਾਬ। ਸਹੀ ਗੱਲ। ਕਿਤੇ ਪੋਲੀਟੀਕਲ ਸੰਕਟ, ਕਿਤੇ ਸੋਸ਼ਲ ਸੰਕਟ, ਕਿਤੇ ਹੜ੍ਹ ਦਾ ਸੰਕਟ, ਕਿਤੇ ਬਿਜਲੀ ਦਾ ਸੰਕਟ, ਕਿਤੇ ਕੇਂਦਰ ਨਾਲ ਪੰਗੇ, ਤੇ ਇੱਧਰੋਂ ਸਾਡੇ ਗਵਰਨਰ ਸਾਹਿਬ ਤੇ ਸੀਐਮ ਸਾਹਿਬ ਦੀ ਨਹੀਂ ਬਣਦੀ, ਸੰਕਟ ਹੀ ਸੰਕਟ ਚੱਲਦੇ ਪਏ ਨੇ। ਪੰਜਾਬ ਵੈਸੇ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ, ਦਰਾ ਖੈਬਰ ਇੱਧਰ ਖੁੱਲ੍ਹਦਾ, ਲੜਾਈਆਂ ਇੱਧਰ ਰਹੀਆਂ ਔਰ ਨਾਦਰ ਆਏ, ਅਬਦਾਲੀ ਆਏ, ਚੰਗੇਜ਼ ਆਏ, ਅੰਗਰੇਜ਼ ਆਏ, ਕਈ ਕੌਮਾਂ ਆਈਆਂ ਔਰ ਇਹ ਹਮੇਸ਼ਾ ਜੂਝਦਾ ਰਿਹਾ। ਔਰ ਪੁਰਾਣੇ ਜ਼ਮਾਨੇ 'ਚ ਇਹ ਸੀਗਾ ਕਿ ਜਦੋਂ ਘਰ ਬਣਾਉਂਦੇ ਸੀ ਉਹਦੀ ਨੀਂਹ ਡੂੰਘੀ ਨਹੀਂ ਰੱਖਦੇ ਕਿ ਅਸੀਂ ਘਰ ਤਾਂ ਪਤਾ ਨਹੀਂ ਕਿਹੜੇ ਵੇਲੇ ਢਹਿ ਢੇਰੀ ਹੋ ਜਾਣਾ, ਕਦੋਂ ਉੱਥੋਂ ਅਬਦਾਲੀ ਦਾ ਹਮਲਾ ਆ ਜਾਣਾ, ਕਿੱਥੋਂ ਆਉਂਦਾ। ਔਰ ਮੀਰ ਮਨੂ ਵਰਗੇ ਵੀ ਆਉਂਦੇ ਰਹੇ, ਹੈ ਨਾ। ਮੀਰ ਮਨੂ ਨੇ ਉਹਨਾਂ ਕਿਹਾ ਸੀ ਕਿ ਜਿਹੜੇ ਅਸੀਂ ਮਨੂ ਦੇ ਸੋਏ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਸਾਨੂੰ ਵੜਦਾ ਸੀ ਦੂਣ ਸਵਾਏ ਹੋਏ। ਇਹ ਉਹਨਾਂ ਦੀ ਸੋਚ ਸੀਗੀ। ਪਰ ਹੁਣ ਵੀ ਸੰਕਟ ਉਸੇ ਤਰ੍ਹਾਂ ਮੰਡਲਾ ਰਿਹਾ ਇਹਨਾਂ ਦੇ ਸਿਰ ਤੇ। ਉਹ ਹੈਗਾ ਇੱਕ ਤਾਂ ਬੇਰੁਜ਼ਗਾਰੀ, ਇੱਕ ਨਸ਼ੇ ਦਾ ਸੰਕਟ ਹੈਗਾ, ਇੱਕ ਜਿਹੜਾ ਹੈਗਾ ਲੋਕਾਂ ਦਾ ਇੱਥੋਂ ਪ੍ਰਵਾਸ ਕਰਕੇ ਵੀ ਬਾਹਰਲੇ ਦੇਸ਼ਾਂ ਵਿੱਚ ਚਲੇ ਜਾਣਾ। ਜਵਾਨੀ ਇੱਥੋਂ ਪੂਰੀ ਦੀ ਪੂਰੀ ਸਫਾਇਆ ਆ ਗਿਆ, ਜਵਾਨ ਨਹੀਂ ਰਿਹਾ ਮੁੰਡਾ ਇੱਥੇ। ਕਿਹੜਾ ਸੰਕਟ ਹੈ ਜਿਹੜਾ ਨਹੀਂ ਹੈਗਾ? ਬਿਲਕੁਲ ਸਹੀ ਗੱਲ। ਔਰ ਇਹ ਆਪਣੇ ਯੱਬ ਪਾਏ ਹੋਏ ਨੇ, ਆਪਣੇ ਯੱਬ ਪਾਏ। ਇੱਕ ਨਾ ਮੈਂ ਵੀਡੀਓ ਦੇਖਦਾ ਪਿਆ ਸੀ, ਨਿੱਕਾ ਜਿਹਾ ਬੱਚਾ ਕੋਈ 3-4 ਮਹੀਨੇ ਦਾ ਹੋਏਗਾ, ਹਜੇ ਲੇਟਦਾ ਬੈਠਦਾ ਨਹੀਂ, ਤੇ ਉਹ ਰੋਂਦਾ ਪਿਆ, ਚੀਕਾਂ ਮਾਰੀ ਜਾਂਦਾ, ਤੇ ਮਾਂ ਆਈ ਕੋਲ ਤੇ ਕੀ ਦੇਖਦੀ ਪਈ ਹੈ, ਆਪੇ ਹੀ ਨਾ ਐਦਾਂ ਆਪਣੇ ਵਾਲ ਫੜ ਕੇ ਪੱਟੇ ਹੋਏ ਨੇ ਤੇ ਪੂਰਾ ਖਿੱਚਦਾ ਪਿਆ, ਆਪਣੇ ਵਾਲ ਖਿੱਚਦਾ ਪਿਆ ਆਪ ਹੀ, ਤੇ ਆਪੇ ਹੀ ਰੋਈ ਜਾਂਦਾ ਪਿਆ। ਮਾਂ ਕਹਿੰਦੀ ਹੈ ਆਪੇ ਹੀ ਯੱਬ ਪਾਇਆ ਹੋਇਆ ਹੀ, ਆਪੇ ਆਪਣੇ ਵਾਲ ਪੁੱਟਣ ਡਿਆ ਤੇ ਆਪੇ ਰੋਣ ਡਿਆ, ਛੱਡ ਵਾਲ ਆਪਣੇ। ਉਹ ਵਾਲ ਛੁਡਾਏ ਤੇ ਚੁੱਪ ਕਰਕੇ ਸੌਂ ਗਿਆ। ਆਪੇ ਹੀ ਆ। ਹੁਣ ਆਹੀ ਆਪਣੇ ਯੱਬ ਆਪੇ ਪਾਏ ਹੋਏ ਨੇ ਅਸੀਂ। ਜੇਕਰ ਅਸੀਂ ਜਵਾਨਾਂ ਦੀ ਗੱਲ ਕਰੀਏ, ਪਹਿਲੋਂ ਦੇ ਹੁਣ ਦਾ ਜਿਹੜਾ ਨਿਸਬਤ ਅਸੀਂ ਗੱਲ ਕਰੀਏ ਤੇ ਬੜਾ ਫਰਕ ਪੈ ਗਿਆ। ਇਸ ਕਰਕੇ ਪੈ ਗਿਆ ਕਿ ਮੁੰਡੇ ਪੜ੍ਹ ਲੈ ਗਏ ਆ, ਇੱਥੇ ਕੰਮ ਕਰਕੇ ਰਾਜੀ ਨਹੀਂ ਗਏ। ਖੇਤੀਬਾੜੀ ਸਾਡੀ ਸੁੰਜੀ ਪਈ ਆ, ਖੇਤੀਬਾੜੀ 'ਚ ਕੋਈ ਇਸ ਵੇਲੇ ਬਹਾਵ ਨਹੀਂ ਗਾ, ਕੋਈ ਇਹਦੇ ਵਿੱਚ ਖੁਸ਼ਹਾਲੀ ਨਹੀਂ ਕਿ ਨਹੀਂ ਕੰਮ ਕਰ ਰਹੇ। ਔਰ ਅੰਦੋਲਨ ਚੱਲਦੇ ਰਹੇ, ਅੰਦੋਲਨ ਨੂੰ ਵਾਪਸ ਲੈ ਕੇ ਚਲੋ ਇਹਨਾਂ ਨੇ ਜੇ ਇਸ ਬਹਾਵ 'ਚ ਆ ਗਏ ਸੀ, ਇਹਨਾਂ ਨੂੰ ਚਾਹੀਦਾ ਸੀ ਕਿ ਫਿਰ ਉਸ ਪਾਸੇ ਮੁੜਦੇ। ਮੁੰਡੇ ਸਾਡੇ ਨੂੰ ਨਾ ਕੋਈ ਟਰੈਕਟਰ ਚਲਾਉਂਦਾ, ਹਾਲ ਤੱਕ ਅੱਗੇ ਵਗਦੇ ਹੀ ਨਹੀਂ ਗਏ। ਮੁੰਡੇ ਚਲੇ ਗਏ ਬਾਹਰ, ਹੁਣ 2 ਲੱਖ ਦੇ ਕਰੀਬ ਮਾਈਗ੍ਰੇਟ ਕਰਕੇ ਪੜ੍ਹਨ ਲਈ ਜਾ ਰਹੇ ਆ ਜਾਂ ਉੱਥੇ ਕੰਮ ਲਈ ਜਾ ਰਹੇ, PR ਲੈ ਰਹੇ ਆ। ਇਸ ਕਰਕੇ ਲੈ ਰਹੇ ਕਿ ਪੰਜਾਬ ਵਿੱਚ ਕੰਮ ਹੀ ਹੈ ਨਹੀਂ, ਕੀ ਕਰਨਗੇ ਅੱਗੇ। IPS IAS ਅਫਸਰ ਵੀ ਭੱਜ ਰਹੇ ਇੱਥੋਂ, ਉਹ ਵੀ ਨਿਕਲ ਰਹੇ ਆ ਉਹਨਾਂ। ਔਰ ਜਿੰਨੇ ਸਾਡੇ ਸਿੰਗਰ ਆ ਸਾਰਿਆਂ ਕੋਲ PR ਆ, ਕੋਈ ਐਸਾ ਨਹੀਂ ਕਿ ਜਿਹਦੇ ਕੋਲ PR ਨਹੀਂ ਹੋਊਗੀ। ਔਰ ਸਾਰੇ ਉੱਥੇ ਐਕਟਰ ਵੀ, ਅਕਸ਼ੇ ਕੁਮਾਰ ਕੋਲ ਡਬਲ ਸੀਗੀ। ਅਕਸ਼ੇ ਕੁਮਾਰ ਜਿਹੜੇ ਸਾਡੇ ਫਿਲਮ ਐਕਟਰ ਆ, ਉਹ ਇੰਡੀਅਨ ਵੀ ਆ, ਉੱਧਰ ਵੀ ਆ, ਔਰ ਇਸੇ ਤਰ੍ਹਾਂ ਗਿਆ। ਔਰ ਸਿਆਸਤ ਦੇ ਵਿੱਚ ਵੀ ਹੈਗੇ ਆ, ਔਰ ਕੇਂਦਰ ਨਾਲ ਵੀ ਉਹਨਾਂ ਦਾ ਜੋੜ ਹੈਗਾ। ਇਹੀ ਸਾਰੇ ਗੱਲਾਂ ਜਿਹੜੀਆਂ ਹੈਗੀਆਂ ਜਦੋਂ ਮਿਕਸ ਹੋ ਜਾਂਦੀਆਂ, ਜਿਹਦੇ ਵਿੱਚ ਸਾਰੇ ਕਿਰਦਾਰ ਜਿਹੜੇ ਫਿਲਮ ਮੇਕਰ ਨੇ, ਫਿਲਮ ਡਾਇਰੈਕਟਰ ਨੇ, ਐਕਟਰ ਨੇ, ਜਿਹਦੇ ਵਿੱਚ ਗਾਇਕ ਨੇ, ਜਦੋਂ ਸਿਆਸਤ ਵਿੱਚ ਆ ਜਾਂਦੇ ਆ ਤੇ ਇੰਟਰਟੇਨਮੈਂਟ ਵੀ ਖਤਮ ਹੋ ਜਾਂਦਾ। ਉਹਦੇ ਵਿੱਚ ਲੋਕਾਂ 'ਚ ਭਗ ਦੌੜ ਵੀ ਹੋ ਜਾਂਦੀ ਆ, ਕਈ ਕੁਝ ਚੀਜ਼ਾਂ ਜਿਹੜੀਆਂ ਤੋੜ ਭੰਨ ਹੋ ਜਾਂਦੀ ਹੈ ਜਦੋਂ ਹਰ ਬੰਦਾ ਆਪਣੇ ਸਫੀਅਰ ਵਿੱਚ ਨਹੀਂ ਰਹਿੰਦਾ, ਆਪਣੇ ਦਾਇਰੇ ਵਿੱਚ ਨਹੀਂ ਰਹਿੰਦਾ, ਆਪਣੇ ਰਸਤੇ ਵਿੱਚ ਨਹੀਂ ਰਹਿੰਦਾ। ਇਹ ਗੱਲਾਂ ਜਿਹੜੀਆਂ ਭਬਲ ਭੂਸੇ 'ਚ ਰਹੀਆਂ ਹੈਗੀਆਂ। ਦੂਜਾ ਹੈਗਾ ਕਿ ਜਦੋਂ ਕਿੰਨਾ ਸੁਸਾਈਡ ਹੋ ਰਿਹਾ, ਕਿੰਨੇ ਕਿਸਾਨ ਮਰ ਗਏ, ਕਿੰਨੇ ਜਿਹੜੇ ਖੇਤੀ ਮਜ਼ਦੂਰ ਮਰ ਰਹੇ ਆ, ਇਸੇ ਕਰਕੇ ਮਰ ਰਹੇ ਆ ਕਿ ਉਹਨਾਂ ਦਾ ਢਿੱਡ ਨਹੀਂ ਭਰਦਾ, ਪੈਸਾ ਨਹੀਂ ਆ ਰਿਹਾ, ਇਨਕਮ ਹੈ ਨਹੀਂ। ਜਦੋਂ ਲੜਾਈ ਹੁੰਦੀ ਆ, ਲੜਾਈ ਦੇ ਪਿੱਛੇ ਪੈਸਾ ਹੁੰਦਾ। ਜਦੋਂ ਮਰਦੇ ਆ ਉਹਦੇ ਵਿੱਚ ਜਾਇਦਾਦ ਦਾ ਮਸਲਾ ਹੁੰਦਾ, ਰਿਸ਼ਤੇ ਟੁੱਟਦੇ ਆ, ਜਾਇਦਾਦ ਦਾ ਮਸਲਾ ਹੁੰਦਾ। ਜੋ ਵੀ ਹੁੰਦਾ ਜਾਇਦਾਦ
ਪ੍ਰਾਪਰਟੀ ਦਾ ਮਸਲਾ ਹੀ ਸਾਰੇ ਇਸ ਪਾਸੇ ਆਉਂਦੇ ਆ। ਔਰ ਜੇ ਅਸੀਂ ਦੂਜੀ ਗੱਲ ਕਰ ਲਈਏ ਕਿ ਪੰਜਾਬ ਦੇ ਵਿੱਚ ਜਿਹੜੇ ਹੁਣ ਮਸਲੇ ਵਿਗੜਦੇ ਗਏ ਆ, ਨਸ਼ਿਆਂ ਦੀ ਜਿਹੜੀ ਗ੍ਰਿਫਤ ਵਿੱਚ ਆ ਕੇ ਲੋਕ ਤਬਾਹ ਹੋ ਗਏ ਔਰ ਇਹਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਇਹ ਲਹਿਰ ਬੜੀ ਬਣ ਚੁੱਕੀ ਆ, ਬਠਿੰਡਾ ਦੇ ਏਰੀਏ ਦੇ ਵਿੱਚ, ਮਾਲਵੇ ਦੇ ਵਿੱਚ ਵੀ, ਔਰ ਇਹ ਲਹਿਰ ਨੇ ਦੂਜਾ ਅਖਤਿਆਰ ਕਰ ਲਿਆ। ਬੀਬੀਆਂ ਵੀ ਆ ਗਈਆਂ ਇਹਦੇ ਵਿੱਚ, ਉਹਨਾਂ ਨੇ ਬਚਾਇਆ ਲੋਕਾਂ ਲਈ ਔਰ ਪਿੰਡਾਂ ਦੀਆਂ ਪੰਚਾਇਤਾਂ ਇਸ ਪਾਸੇ ਆ ਗਈਆਂ। ਉਹਨਾਂ ਨੇ ਇਸ ਗੱਲ ਤੋਂ ਪ੍ਰੇਰਿਤ ਹੋ ਗਿਆ ਕਿ ਅੰਦੋਲਨ, ਇਹ ਆਪਣਾ ਮੁੱਦਾ ਹੈ ਸੀਗਾ ਕਿ ਇਹ ਅੰਦੋਲਨ ਜਿਹੜਾ ਇਹ ਉਸ ਪ੍ਰੇਰਿਤ ਹੋਇਆ ਕਿਸਾਨਾਂ ਦੇ ਅੰਦੋਲਨ ਤੋਂ, ਕਿ ਜੇ ਉਹਨੂੰ ਕਾਮਯਾਬੀ ਮਿਲ ਗਈ ਹੈ ਤਾਂ ਕਿਉਂ ਨਹੀਂ ਨਸ਼ਿਆਂ ਦੇ ਵਿੱਚ ਅਸੀਂ ਲੋਕਾਂ ਨੂੰ ਰੋਕ ਸਕਦੇ। ਕਿੰਨੇ ਨਸ਼ਿਆਂ ਦੇ ਕੇਂਦਰ ਹੈਗੇ, 36 ਦੇ ਕਰੀਬ ਨਸ਼ਿਆਂ ਦੇ ਨਸ਼ਾ ਛਡਾਊ ਕੇਂਦਰ ਹੈਗੇ ਇੱਥੇ, ਔਰ ਇਹਦੇ ਵਿੱਚ ਸਾਰੀਆਂ ਭੁੱਕੀ ਵੀ ਵਿਕਦੀ, ਇੱਥੇ ਅਫੀਮ ਵੀ ਵਿਕਦੀ ਹੈ, ਚਿੱਟਾ ਵੀ ਵਿਕਦਾ। ਉਹਨੂੰ ਕੰਟਰੋਲ ਕਿਹਨੇ ਕਰਨਾ? ਉਹਦੇ ਵਿੱਚ ਸਾਡੀ ਸਿਆਸਤ ਵੀ ਫਸੀ ਪਈ ਹੈ, ਉਹਦੇ ਵਿੱਚ ਸਾਡੇ ਵਿਧਾਇਕ ਵੀ ਹੈਗੇ ਆ, ਉਹਨਾਂ ਦਾ ਵੀ ਨਾਂ ਲੱਗਦਾ। ਔਰ ਜਦੋਂ ਅਸੀਂ ਉਹਦੇ ਵਿੱਚ ਮਿਕਸ ਹੋ ਜਾਵਾਂਗੇ, ਜਦੋਂ ਅਸੀਂ ਨਹੀਂ ਰੋਕਾਂਗੇ ਤਾਂ ਸਾਰੇ ਮਸਲੇ ਨੂੰ ਹੱਲ ਹੋਣਾ ਜਿਹੜਾ ਸੰਭਵ ਨਹੀਂ ਹੋਊਗਾ, ਉਹਦੇ ਵਿੱਚ ਪੋਸੀਬਿਲਿਟੀ ਨਹੀਂ ਹੋਊਗੀ, ਕਿਉਂਕਿ ਇਹਦੇ ਵਿੱਚ ਇਨਵੋਲਵਮੈਂਟ ਹੈਗਾ। ਕਈ ਪੁਲਿਸ ਅਫਸਰ ਵੀ, ਕਈ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਨਸ਼ਾ ਖਾ ਰਹੇ ਆ। ਕਈ ਪੁਲਿਸ ਜਿਹੜੇ ਟੈਸਟ ਹੋਏ ਆ ਉਹਨਾਂ ਵਿੱਚ ਉਹਨਾਂ ਦਾ ਵੀ ਨਿਕਲਿਆ ਹੈਗਾ। ਔਰ ਅੱਗੇ ਤਾਂ ਚਲੋ ਸ਼ਰਾਬ ਪੀਂਦੇ ਸੀ, ਸਾਰਾ ਕੁਝ ਹੁੰਦੇ, ਕੈਮੀਕਲ ਨਸ਼ੇ ਵੀ ਆ ਗਏ। ਚਿੱਟਾ ਬਹੁਤ ਹਰ ਪਾਸੇ ਹੈਗਾ, ਐਰੋ ਮਾਰਕ ਲੱਗਿਆ ਕਿ ਚਿੱਟਾ ਇੱਧਰੋਂ ਮਿਲਦਾ ਹੈਗਾ। ਬੀਬੀਆਂ ਵੇਚ ਰਹੀਆਂ, ਉਹਦੇ ਪੰਚਾਇਤਾਂ ਜਾ ਕੇ ਆਉਂਦੀਆਂ। ਹੁਣ ਇਹਨਾਂ ਨੇ ਜਥੇਬੰਦੀਆਂ ਬਣਾ ਲਈਆਂ, ਜਥੇਬੰਦੀਆਂ ਬਣਾ ਕੇ ਹੁਣ ਨਵੀਂ ਲਹਿਰ ਆ ਗਈ ਪੰਜਾਬ ਵਿੱਚ, ਦੇਖੋ ਕਿੰਨਾ ਕੰਟਰੋਲ ਕਰਦੀ ਹੈ, ਕੀ ਕੁਛ ਹੁੰਦਾ। ਔਰ ਮਾਲਵੇ ਦੇ ਵਿੱਚ ਖਾਸ ਕਰਕੇ ਲੋਕ ਜਾਗਰੂਕ ਹੋ ਗਏ। ਬਿਲਕੁਲ, ਲੋਕਾਂ ਨੂੰ ਆਪ ਕਮਰ ਕੱਸਣੀ ਪੈਣੀ ਹੈ ਜੀ ਜੀ ਜੀ, ਤਾਂ ਜਾ ਕੇ ਇਹ ਨਸ਼ਿਆਂ ਤੋਂ ਛੁਟਕਾਰਾ ਹੋਣਾ ਹੈ। ਬਹੁਤ ਜ਼ਿਆਦਾ ਦੁੱਖ ਹੁੰਦਾ ਦੇਖ ਕੇ ਇਦਾਂ ਦੀਆਂ ਵੀਡੀਓਜ਼। ਕਈ ਵਾਰ ਕੋਈ ਕਿਤੇ ਮਰਿਆ ਪਿਆ, ਕੋਈ ਕਿਤੇ ਡਿੱਗਿਆ ਪਿਆ, ਬਾਂਹ ਦੇ ਵਿੱਚ ਸਿਰਿੰਜ ਖੁੱਬੀ ਪਈ ਹੈ। ਓਵਰਡੋਜ਼ ਹੁੰਦੇ ਆ ਨਾ, ਜ਼ਿਆਦਾ ਓਵਰਡੋਜ਼ ਨਾਲ ਮਰ ਰਹੇ ਨੇ ਜਿੰਨੇ ਜਾ ਕੇ, ਜ਼ਿਆਦਾ ਲੈ ਲੈਂਦੇ, ਮਕਦਾਰ ਜ਼ਿਆਦਾ ਲੈਂਦੇ। ਇਹ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਨਸ਼ਾ ਸਪਲਾਈ ਕਰਦੇ ਨੇ? ਔਰ ਇਹ ਜਵਾਨੀ ਦੇ ਸਿਰ ਦੇ ਉੱਤੇ, ਮਤਲਬ ਕਫਨਾਂ ਦਾ ਸ਼ੌਕ ਹੈ ਜਿਨ੍ਹਾਂ ਨੂੰ, ਔਰ ਕਫਨਾਂ ਦੀ ਕਮਾਈ ਖਾਂਦੇ ਨੇ। ਪਤਾ ਨਹੀਂ ਇਹ ਕੌਣ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਇੱਧਰ ਤੋੜ ਦਿੱਤਾ। ਇਹਦੇ ਵਿੱਚ ਜੋ ਕਈ ਲੋਕ ਮੰਨਦੇ ਨੇ, ਕਈ ਸਿਆਸਤਦਾਨ ਵੀ ਇਹਦੇ ਵਿੱਚ ਇਨਵੋਲਵ ਨੇ, ਕਈ ਐਡਮਿਨਿਸਟ੍ਰੇਸ਼ਨ ਵਾਲੇ ਬਿਊਰੋਕਰੇਟਸ ਵੀ ਇਨਵੋਲਵ ਨੇ। ਔਰ ਅਸੀਂ ਇਹ ਜਾਣਦੇ ਹਾਂ ਕਿ ਜੇ ਇਹ ਐਡਮਿਨਿਸਟ੍ਰੇਸ਼ਨ, ਜਿਵੇਂ ਆਪਾਂ ਕਹਿੰਦੇ ਹਾਂ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਨੂੰ ਕੌਣ ਸੰਭਾਲੇ? ਸੋ ਇਹ ਸਮਝਣਾ ਚਾਹੀਦਾ। ਔਰ ਇਦਾਂ ਦੀ ਜਿਹੜੀ ਨਜਾਇਜ਼ ਕਮਾਈ ਹੈ ਇਹ ਕਿਸੇ ਕੰਮ ਨਹੀਂ ਆਉਂਦੀ, ਫਲਦੀ ਨਹੀਂ ਹੁੰਦੀ। ਇਹ ਸਾਨੂੰ ਬਜ਼ੁਰਗ ਸਾਨੂੰ ਸਮਝਾਉਂਦੇ ਰਹੇ ਨੇ। ਸੋ ਪੰਜਾਬ ਦੇ ਸੰਕਟ ਦਾ ਹੱਲ ਕੀ ਹੋਵੇ? ਪੰਜਾਬ ਤਾਂ ਹੈ ਹੀ ਸੰਕਟਾਂ ਦਾ ਮਾਰਿਆ ਹੋਇਆ, ਕਿੰਨੇ ਸੰਕਟ ਨੇ, ਸੰਕਟ ਹੀ ਸੰਕਟ ਨੇ। ਹੁਣ ਇਸ ਸੰਕਟ ਤੋਂ ਕਿੱਦਾਂ ਨਿਕਲਣਾ, ਇਹ ਪੰਜਾਬ ਦੇ ਲੋਕਾਂ ਨੂੰ ਆਪ ਮੁਹਿੰਮ। ਸਹੀ ਗੱਲ। ਤੇ ਹੁਣ ਲੋਕ ਲਹਿਰ ਬਣ ਗਈ ਹੈ ਨਾ, ਲੋਕ ਲਹਿਰ ਬਣ ਗਈ। ਜਦੋਂ ਲੋਕ ਲਹਿਰ ਬਣ ਜਾਂਦੀ ਹੈ, ਜਦੋਂ ਲੋਕ ਪਬਲਿਕ ਸੜਕਾਂ ਤੇ ਆ ਜਾਂਦੀ ਹੈ, ਲੋਕਾਂ ਦੇ ਮਨ 'ਚ ਆ ਜਾਂਦਾ ਕਿ ਹੁਣ ਲੋਕਾਂ ਨੂੰ ਠੀਕ ਕਰੀਏ, ਜਿਹੜੇ ਵਿਗੜ ਚੁੱਕੇ ਆ, ਫਿਰ ਸਾਰੇ ਪਾਸੇ ਠੀਕ ਹੋ ਜਾਂਦਾ। ਜੇ ਕ੍ਰਾਂਤੀ ਆਈ ਹੈ, ਰਸ਼ੀਆ 'ਚ ਆਈ ਹੈ, ਫਰਾਂਸ 'ਚ ਆਈ ਹੈ, ਔਰ ਜਿੱਥੇ ਜਿੱਥੇ ਵੀ ਕ੍ਰਾਂਤੀ ਆਈ ਹੈ ਉੱਥੇ ਮਜ਼ਦੂਰ ਔਰ ਜਿਹੜੇ ਕਿਸਾਨ, ਉਹਨਾਂ ਨੇ ਮਿਲ ਕੇ ਕੰਮ ਕੀਤਾ। ਹੁਣ ਵੀ ਉਹੀ ਲਹਿਰ ਸਾਡੇ ਜਿਹੜੀ ਆ ਨਵੀਂ ਆ ਗਈ ਹੈ, ਔਰ ਮਾਲਵੇ ਤੋਂ ਸ਼ੁਰੂ ਹੋ ਗਈ ਆ। ਬਠਿੰਡਾ 'ਚ ਉਹਨਾਂ ਦੀ ਮੀਟਿੰਗ ਹੋਈ ਆ। ਮੀਟਿੰਗ ਹੋਣ ਤੋਂ ਬਾਅਦ ਉਹਨਾਂ ਨੇ ਕੀਤਾ ਕਿ ਇਹਦਾ ਹੱਲ ਲੱਭੋ ਕੀ ਹੈਗਾ। ਉਹਨਾਂ ਕਹਿੰਦੇ ਸੜਕਾਂ 'ਤੇ ਆ ਜਾਓ, ਇਕੱਠੇ ਹੋ ਜਾਓ, ਔਰ ਉਹ 'ਚ ਜਥੇਬੰਦੀਆਂ ਬਣਾ ਲਓ। ਜਿੱਥੇ ਵੀ ਨਸ਼ਾ ਵਿਕਦਾ, ਜਿੱਥੇ ਵੀ ਕੁਝ ਪਤਾ ਲੱਗਦਾ, ਫੜੋ ਉਹਨਾਂ ਨੂੰ, ਮਾਰੋ, ਪਿੱਟੋ ਉਹਨਾਂ ਨੂੰ, ਕਰੋ ਕੁਝ, ਸਖਤੀ ਵਰਤੋ, ਸਖਤੀ ਵਰਤੋ ਜੀ। ਤੇ ਜਿਹੜਾ ਹੁਣ ਇਹ ਹੜ੍ਹਾਂ ਦਾ ਸਾਰਾ ਸਾਡੇ ਅੰਦਰ ਮੁਸ਼ਕਿਲਾਂ ਦਾ ਸਮਾਂ ਚੱਲਦਾ ਪਿਆ, ਉਹਦੇ ਕੀ ਬਣਿਆ? ਮੁਆਵਜ਼ਿਆਂ ਦਾ ਕੀ ਬਣਿਆ? ਤੇ ਸਰਕਾਰ ਕੀ ਕਹਿੰਦੀ ਹੈ, ਲੋਕ ਕੀ ਕਹਿੰਦੇ ਨੇ, ਤੇ ਜਥੇਬੰਦੀਆਂ ਜਿਹੜੀਆਂ NGOs ਨੇ ਉਹ ਕੀ ਕਹਿੰਦੀਆਂ ਨੇ? ਜਿੱਦਾਂ ਹੁਣ ਹੜ੍ਹਾਂ ਦੀ ਪੀੜਤ ਨੇ ਲੋਕ, ਜਦੋਂ ਜਿੱਥੇ ਆਇਆ, ਪਹਿਲਾਂ ਤਾਂ ਇੱਕ ਤਾਂ ਬਿਮਾਰੀ ਪਈ ਉੱਥੇ ਬਹੁਤ ਜ਼ਿਆਦਾ, ਆਈ ਫਲੂ ਹੋ ਗਿਆ, ਔਰ ਉਹਦੇ 'ਚ ਬੁਖਾਰ ਲੋਕਾਂ ਨੂੰ ਹੋ ਰਿਹਾ। ਔਰ ਉਹਦੇ 'ਚ ਜਿਹੜੇ ਸਿਹਤ ਮੰਤਰੀ ਨੇ ਬਲਬੀਰ ਜੀ, ਉਹਨਾਂ ਨੇ ਕਹਿਤਾ ਕਿ ਅਸੀਂ ਦਵਾਈਆਂ ਮੁਹੱਈਆ ਕਰਤੀਆਂ। ਡਾਕਟਰਾਂ ਦੇ ਦੌਰੇ ਹੋ ਗਏ ਉੱਥੇ, ਡਾਕਟਰ ਜਾ ਰਹੇ ਉੱਥੇ, ਔਰ ਜਿੰਨੇ ਵੀ ਡਾਕਟਰ ਉੱਥੇ ਪਹੁੰਚ ਰਹੇ ਆ, ਪਹਿਲਾਂ ਉੱਥੋਂ ਦੇਖ ਰਹੇ ਆ ਉਹਨਾਂ ਨੂੰ ਕੀ ਬਿਮਾਰੀ ਜ਼ਿਆਦਾ ਫੈਲ ਗਈ ਹੈ, ਉਹਨੀਆਂ ਦਵਾਈਆਂ ਮੁਹੱਈਆ ਕਰਤੀਆਂ। ਔਰ ਐਂਬੂਲੈਂਸ ਗੱਡੀਆਂ ਵੀ ਉਹਨਾਂ ਨੇ ਕ੍ਰੀਏਟ ਕਰਤੀਆਂ, ਉਹ ਵੀ ਉੱਥੇ ਜਾ ਰਹੀਆਂ, ਔਰ ਐਡਮਿਟ ਕਰ ਰਹੇ ਉਹਨਾਂ ਨੂੰ। ਇਹ ਤਾਂ ਸਿਹਤ ਸਹੂਲਤਾਂ ਜਿਹੜੀਆਂ ਦੇ ਰਹੇ ਨੇ। ਔਰ ਜਿਹੜੇ ਉਹਨਾਂ ਦੇ ਮੁਹੱਲਾ ਕਲੀਨਿਕ ਨੇ, ਉਹਨਾਂ ਨੂੰ ਦੁਬਾਰਾ ਐਕਟੀਵੇਟ ਕਰਤਾ ਉਹਨਾਂ ਦੇ ਵਿੱਚ ਜਿੱਥੇ ਹੈਗੇ ਆ। ਔਰ ਇਹ ਪੰਜਾਬ ਸਰਕਾਰ ਵੱਲੋਂ ਐਲਾਨ ਹੋਇਆ। ਦੂਜਾ ਜਿਹੜਾ ਇਹਨਾਂ ਨੇ ਕਹਿਤਾ ਕਿ ਹੜ੍ਹ ਪੀੜਤ ਜਿਹੜੇ ਉਹਨਾਂ ਦੀ ਗਿਰਦਾਵਰੀ ਜਿਹੜੀ ਹੋ ਰਹੀ ਆ ਮੁਆਵਜ਼ੇ ਦੀ, ਉਹ 'ਚ ਤਹਿਸੀਲਦਾਰ ਉਹ 'ਚ ਜਿਹੜੇ ਨੇੜੇ ਜਿਹੜੇ ਆਪਣੇ ਪ੍ਰਧਾਨ ਨੇ ਨਾਲ ਦੇ, ਉਹਨਾਂ ਦੇ ਜਥਿਆਂ ਦੇ ਪ੍ਰਧਾਨ ਔਰ ਡਿਪਟੀ ਕਮਿਸ਼ਨਰ, ਉਹਨਾਂ ਨੂੰ ਐਲਾਨ ਕਰ ਦਿੱਤਾ ਕਿ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਮਿਲੋ, ਗਿਰਦਾਵਰੀ ਕਰੋ, ਔਰ 15 ਅਗਸਤ ਤੋਂ ਪਹਿਲੋਂ ਉਹਨਾਂ ਦੇ ਜਿਹੜੇ ਅਕਾਊਂਟਸ ਨੇ ਉਹਨਾਂ 'ਚ ਸਾਰਾ ਮੁਆਵਜ਼ਾ ਦੇ ਦਿੱਤਾ ਜਾਊਗਾ। ਔਰ ਬਾਕੀ ਰਹੀ ਗੱਲ ਝੋਨਾ ਲਾਉਣ ਦੀ, ਝੋਨਾ ਲਾਉਣ ਲਈ ਵੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆ, ਉਹਨਾਂ ਨੇ ਹੋਰ ਵੀ ਬੀਜ ਦਿੱਤੇ ਆ, ਔਰ ਪਨੀਰੀ ਵੱਡੀ ਹੋਈ ਆ, ਝੋਨਾ ਜਿਹੜਾ ਲੱਗ ਰਿਹਾ। ਔਰ ਇਹ ਹੈਗੀ ਆ ਸਾਉਣੀ ਦੀ ਫਸਲ,
ਔਰ ਮੱਕੀ ਬੀਜਣ ਲਈ ਵੀ ਉਹਨਾਂ ਨੇ ਕਿਹਾ ਜਿੱਥੇ ਜਿੱਥੇ ਪਾਣੀ ਸੁੱਕਾ, ਜਿੱਥੇ ਨਹੀਂ, ਜਿੱਥੇ ਪਾਣੀ ਹੈਗਾ ਉੱਥੇ ਝੋਨਾ ਲੱਗ ਸਕਦਾ, ਔਰ ਕੱਦੂ ਕਰਕੇ ਦੁਬਾਰਾ ਝੋਨਾ ਲਾਉਣ ਉਹਦੇ 'ਚ। ਔਰ ਕਈ ਆ ਜਿਹੜੇ ਵਿਚਾਰੇ ਲੋਕ ਦਾਨੀ ਲੋਕ ਨੇ, ਉਹਨਾਂ ਨੇ ਆਪਣੇ ਕਿੱਲਿਆਂ ਦੇ ਕਿੱਲੇ ਵਾਹ ਕੇ ਉੱਥੇ ਪਨੀਰੀ ਬੀਜ ਕੇ ਪਨੀਰੀ ਵੱਡੀ ਕਰਤੀ ਆ, ਉਹਨਾਂ ਨੂੰ ਖਾਦਾਂ ਪਾ ਕੇ, ਔਰ ਪਨੀਰੀ ਮੁਫਤ ਦੇ ਰਹੇ ਆ। ਔਰ ਉਹ 'ਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਵੱਡਾ ਯੋਗਦਾਨ। SGPC ਨੇ ਵੀ ਉਹਦੇ ਵਿੱਚ ਕੁਛ ਇਹਨਾਂ ਕੋਲ ਜ਼ਮੀਨ ਆ, ਉਹਦੇ ਵਿੱਚ ਪਨੀਰੀ ਬੀਜ ਕੇ ਟਰੈਕਟਰਾਂ ਟਰਾਲੀਆਂ 'ਤੇ ਲੋਡ ਕਰਕੇ ਪਿੰਡਾਂ 'ਚ ਪਹੁੰਚਾਈ ਆ। ਔਰ ਜਿਹੜੇ ਪਸ਼ੂਆਂ ਨੂੰ ਬਿਮਾਰੀਆਂ ਪਈਆਂ ਸੀਗੀਆਂ, ਪਸ਼ੂਆਂ ਦੇ ਲਈ ਵੈਟਨਰੀ ਡਾਕਟਰ ਭੇਜੇ ਆ ਸ਼੍ਰੋਮਣੀ ਕਮੇਟੀ ਨੇ, ਔਰ ਉਹਦੇ 'ਚ ਪੰਜਾਬ ਸਰਕਾਰ ਨੇ। ਔਰ ਹੜ੍ਹ ਪੀੜਤਾਂ ਲਈ ਜਿਹੜੀਆਂ ਵੈਲਫੇਅਰ ਕਮੇਟੀਆਂ ਨੇ, ਜਿਹੜੀਆਂ ਮੁਹੱਲਿਆਂ ਦੀਆਂ, ਉਹਨਾਂ ਨੇ ਪੈਸਾ ਇਕੱਠਾ ਕਰਕੇ ਬਹੁਤ ਭੇਜਿਆ। ਉਹਦੇ ਵਿੱਚ ਮੱਛਰਦਾਨੀਆਂ, ਦਵਾਈਆਂ, ਪਾਣੀ ਦੀਆਂ ਬੋਤਲਾਂ, ਖਾਣ ਪੀਣ ਉਹਦੇ ਵਿੱਚ, ਔਰ ਹੋਰ ਤਰ੍ਹਾਂ ਦੇ ਅਸਬਾਬ। ਕਈਆਂ ਨੇ ਪੈਸਾ ਨਹੀਂ ਦਿੱਤਾ, ਸਮਾਨ ਹੀ ਦਿੱਤਾ। ਇਹ ਪੰਜਾਬ ਦੀ ਧਰਤੀ ਹੈ ਜਿੱਥੇ ਦੇਖ ਲਓ ਪੂਰੇ ਦਾ ਪੂਰਾ ਕਿਸੇ ਨੇ 10,000 ਦਾ, ਕਿਸੇ ਨੇ 25,000 ਦਾ, ਕਿਸੇ ਨੇ 30,000 ਦਾ। ਇੱਕ ਮੁਹੱਲਾ ਕਮੇਟੀ ਨੇ 2-2 2.5 ਲੱਖ ਰੁਪਈਆ ਇਕੱਠਾ ਕਰਕੇ ਉੱਥੇ ਦਿੱਤਾ। ਇਹ ਹੈਗਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਵਿਪਤਾ ਪੈਂਦੀ ਹੈ, ਜਦੋਂ ਵੀ ਕੋਈ ਆਫਤ ਆਉਂਦੀ ਹੈ, ਤੇ ਪੰਜਾਬ ਦੇ ਲੋਕ ਵਾਕਈ ਇਕੱਠੇ ਹੋ ਜਾਂਦੇ ਆ। ਸਿਆਸੀ ਪਾਰਟੀਆਂ ਤਾਂ ਹੁੰਦੀਆਂ ਵਾ ਪ੍ਰਧਾਨ ਮੰਤਰੀ ਬਣਨ ਲਈ ਇਕੱਠੀਆਂ, ਇਹ ਹੁੰਦੇ ਆ ਲੋਕਾਂ ਨੂੰ ਵਿਪਤਾ ਚੋਂ ਕੱਢਣ ਲਈ, ਪਾਣੀ ਚੋਂ ਕੱਢਣ ਲਈ, ਚੰਗੀ ਸੁੱਖ ਚੈਨ ਦੀ ਨੀਂਦਰੇ ਸਮਾਉਣ ਲਈ। ਇਹ ਲੋਕਾਂ ਦਾ ਮਨਸ਼ਾ ਪਿਆਰ ਹੈ। ਬਿਲਕੁਲ, ਇਹ ਪਿਆਰ ਹਮੇਸ਼ਾ ਬਰਕਰਾਰ ਰਹੇ ਔਰ ਇਸੇ ਤਰ੍ਹਾਂ ਹੀ ਮਿਲ ਜੁਲ ਕੇ ਮੁਸੀਬਤਾਂ ਦਾ ਸਾਹਮਣਾ ਕਰਦੇ ਰਹੀਏ ਔਰ ਪੰਜਾਬ ਦੇ ਸੰਕਟਾਂ ਦਾ ਹੱਲ ਕਰਦੇ ਰਹੀਏ ਅਸੀਂ ਸਾਰੇ ਮਿਲ ਜੁਲ ਕੇ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਜੀ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਚਲੋ ਬਲਕਾਰ ਜੀ, ਜ਼ਰੂਰ ਜੀ, ਬਿਲਕੁਲ। ਸਤਿ ਸ੍ਰੀ ਅਕਾਲ।